ਸਤ 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 ਗੁਰਦੇਵ। ਝੂਠ 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 ਆਨ ਸਭ ਸੇਵ। ਖੂਬ 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 ਤੇਰਾ ਨਾਮ। ਝੂਠ 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 ਦੁਨੀ ਗੁਮਾਨ। ਵਾਹਿਗੁਰੂ ਜੀਓ। ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇਤਾ ਸੁਨੈ ਤੇਤਾ ਬਖਿਆਨੈ। ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ। ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ। ਸਾਧ ਕੀ ਸੋਭਾ ਊਚ ਤੇ ਉੱਚੀ, ਸਾਧ ਕੀ ਸੋਭਾ ਮੂਚ ਤੇ ਮੂਚੀ। ਸਾਧ ਕੀ ਸੋਭਾ ਸਾਧ ਬਨ ਆਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਸ਼ਲੋਕ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੈ ਏਕ ਸਵਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਅਸ਼ਟਪਦੀ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਵ ਕਉ ਸੋਖ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਕ ਕੋ ਲਾਗੈ ਤੁਲ ਪਵਾਨ। ਬ੍ਰਹਮ ਗਿਆਨੀ ਕੈ ਧੀਰਜ ਏਕ, ਜਿਉ ਬਸਦਾ ਕਉ ਖੋਦੈ ਕਉ ਚੰਦਨ ਲੇਪ। ਬ੍ਰਹਮ ਗਿਆਨੀ ਕਾ ਇਹ ਗੁਨਾਓ, ਨਾਨਕ ਜਿਉ ਪਾਵਕ ਕਾ ਸਹਿਜ ਸੁਭਾਉ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੈ ਜਲਾ। ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ, ਜੈਸੇ ਧਰ ਉਪਰ ਆਕਾਸ਼। ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ। ਬ੍ਰਹਮ ਗਿਆਨੀ ਊਚ ਤੇ ਊਚਾ, ਮਨ ਆਪਣਾ ਹੈ ਸਭ ਤੇ ਨੀਚਾ। ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਭ ਆਪ ਕਰੇ। ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਭ ਆਪ ਕਰੇ। ਪਾਵਨ ਸਤਿਗੁਰਾਂ ਦੇ ਪਾਵਨ ਚਰਨਾਂ ਸਜੀ ਸਵਾਰੀ ਸਾਰੀ ਸਾਧ ਸੰਗਤ ਜੀਓ। ਗੁਰਬਾਣੀ ਵਿਚਾਰਦੇ ਗੁਰਮੁਖ ਬੀਬੇ ਸੱਜਣੋ। ਪੰਚਮ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਇਸ ਬਾਣੀ ਸੁਖਮਨੀ ਸਾਹਿਬ ਦੀ ਅਗਲੀ ਵਿਆਖਿਆ ਆਪਣੀ ਤੁੱਛ ਬੁੱਧੀ ਅਨੁਸਾਰ ਹਾਜ਼ਰ ਹੈ। ਪਾਤਸ਼ਾਹ ਫਰਮਾਉਂਦੇ, ਸਾਧੂ ਦੀ ਜਿਹੜੀ ਸੋਭਾ ਹੈ, ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇਤਾ ਸੁਣੈ ਤੇਤਾ ਬਖਿਆਨੈ। ਅਸੀਂ ਲੋਕ, ਸਾਡੀ ਚੇਤਨਾ 'ਚ ਵੇਦ ਵਸੇ ਹੋਏ ਸੀ ਹੁਣ ਤੱਕ, ਕਾਫੀ ਸਿੱਖਾਂ ਦੇ ਵੀ ਈਵਨ ਕਹਿੰਦੇ ਆਪਾਂ ਵੀ ਤੂੰ ਕਿਆ ਵੇਦ ਪੜ੍ਹਿਆ ਹੋਇਆ, ਵੇਦਾਂ ਨੂੰ ਬੜਾ ਕਰਦੇ ਸੀ। ਪਰ ਗੁਰਬਾਣੀਕਾਰਾਂ ਨੇ ਦੱਸਿਆ ਵੀ ਜਿਹੜੇ ਵੇਦ ਹੈ ਉਹ ਤਿੰਨਾਂ ਗੁਣਾਂ ਦੀ ਉਪਜ ਹੈ, ਚੌਥੇ 'ਚ ਨਹੀਂ ਹੈ। ਸਾਧੂ ਚੌਥੇ ਗੁਣ 'ਚ ਹੁੰਦਾ ਹੈ। ਸਾਧੂ ਦੀ ਮਹਿਮਾ ਨੂੰ ਵੇਦ ਨਹੀਂ ਜਾਣ ਸਕਦੇ। ਚਾਰੇ ਵੇਦ ਕਥੈ ਆਕਾਰ, ਤੀਨ ਅਵਸਥਾ ਕਹੈ ਬਖਿਆਨ। ਤੁਰਿਆ ਅਵਸਥਾ ਸਤਿਗੁਰ ਤੇ ਹਰ ਜਾਨ। ਤੋ ਜਿਨ ਕੀ ਸੁਤ ਪ੍ਰਭ ਚਰਨਨ ਲਾਗੀ, ਤੇ ਵੇਦਨ ਤੇ ਭਏ ਤਿਆਗੀ। ਵੇਦਾਂ ਦੀ ਜਿਹੜੀ ਮਹੱਤਤਾ ਹਿੰਦੂ ਧਰਮ ਦੇ ਵਿੱਚ ਹੈ, ਉਹਨਾਂ ਨੂੰ ਉਹ ਰੱਬੀ ਕਿਰਤ ਸਮਝਦੇ ਹੈ। ਗੁਰਬਾਣੀਕਾਰਾਂ ਨੇ ਐਸਾ ਨਹੀਂ ਮੰਨਿਆ। ਜੇਤਾ ਸੁਣੈ ਤੇਤਾ ਬਖਿਆਨੈ। ਵੇਦ ਜਿੰਨਾ ਕੁ ਸੁਣ ਲਿਆ ਉਹਨਾਂ ਨੇ, ਰਿਸ਼ੀਆਂ ਨੇ, ਉਨਾ ਕੁ ਉਹਨਾਂ ਨੇ ਅੱਗੇ ਬਖਿਆਨ ਦਿੱਤਾ, ਕਿਉਂਕਿ ਉਹ ਰਿਸ਼ੀ ਚੌਥੇ ਪਦ 'ਚ ਨਹੀਂ ਸੀਗੇ। ਸਾਧ ਕੀ ਉਪਮਾ ਤੇ ਗੁਣ ਤੇ ਦੂਰ।
ਸਾਧੂ ਦੀ ਉਪਮਾ ਤਿੰਨਾਂ ਗੁਣਾਂ ਤੇ ਦੂਰ ਹੈ, ਰਜੋ ਸਤੋ ਔਰ ਤਮੋ। ਸਾਧ ਕੀ ਉਪਮਾ ਰਹੀ ਭਰਪੂਰ। ਇੰਨੀ ਭਰਪੂਰਤਾ ਹੈ ਸਾਧ ਦੀ ਉਪਮਾ 'ਚ, ਕੋਈ ਉਹਦਾ ਹਿਸਾਬ ਕਿਤਾਬ ਨਹੀਂ ਲਾ ਸਕਦਾ। ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ। ਸਾਧ ਕੀ ਸੋਭਾ ਊਂਚ ਤੇ ਉੱਚੀ, ਸਾਧ ਕੀ ਸੋਭਾ ਮੂਚ ਤੇ ਮੂਚੀ। ਮੂਚ ਵੀ ਬਹੁਤੇ ਨੂੰ ਕਹਿੰਦੇ। ਉੱਚੀ ਤੇ ਉੱਚੀ ਸੋਭਾ ਸਾਧ ਦੀ, ਵੱਡੀ ਤੋਂ ਵੱਡੀ ਸੋਭਾ ਸਾਧ ਦੀ। ਵੇਦ ਗ੍ਰੰਥ ਉਹਦੇ ਮੁਕਾਬਲੇ ਵਿੱਚ ਤਾਂ ਕਿਤੇ ਨਹੀਂ ਖੜ ਸਕਦੇ, ਕਿਉਂਕਿ ਸਾਧੂ ਚੌਥੇ ਗੁਣ 'ਚ ਜਾਂ ਪਰਮ ਪਦ 'ਚ ਹੁੰਦਾ ਹੈ, ਵੇਦ ਬਿਲਕੁਲ ਹੇਠਲੀ ਸਟੇਜਾਂ। ਸਾਧ ਕੀ ਸੋਭਾ ਸਾਧ ਬਨਾਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਸਾਧੂ ਦੀ ਸੋਭਾ ਨੂੰ ਸਾਧੂ ਹੀ ਜਾਣ ਸਕਦਾ ਹੈ। ਦੁਨੀਆਦਾਰ ਉੱਪਰੋਂ ਉੱਪਰੋਂ ਤਾਂ ਕਰ ਲੈਣਗੇ ਵਡਿਆਈ ਸਾਧੂ ਦੀ, ਪਰ ਅੰਦਰ ਸਾਧੂ ਦੇ ਕਿਆ ਵਾਪਰਦਾ ਉਹਦਾ ਉਹਨਾਂ ਨੂੰ ਕੋਈ ਖਬਰ ਨਹੀਂ ਹੁੰਦੀ। ਸਾਧੂ ਔਰ ਪ੍ਰਭੂ ਦੇ ਵਿੱਚ ਕੋਈ ਭੇਦ ਨਹੀਂ ਹੁੰਦਾ। ਸੰਤ ਰਾਮ ਹੈ ਇੱਕੋ, ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਸ਼ਲੋਕ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕ ਸਵਿਨ ਕੋਏ। ਜਿਹਦਾ ਮਨ ਵੀ ਸੱਚਾ, ਜਿਹੜਾ ਮਨ ਵਿੱਚ ਵੀ ਸੱਚਾ ਹੋਵੇ। ਮੰਮਾ ਨੰਨੇ ਨੂੰ ਸਿਆਰੀ ਮਨ ਵਿੱਚ, ਜਿਹੜਾ ਮਨ ਵਿੱਚ ਵੀ ਸੱਚਾ ਹੋਵੇ। ਮੁਖ ਦੇ ਖੱਖੇ ਨੂੰ ਸਿਆਰੀ ਹੈ, ਮੁਖ ਵਿੱਚ ਵੀ ਸੱਚਾ ਹੋਵੇ। ਜਾਣੀ ਹਮੂ ਮਰਦ ਵਾਇਦ ਸ਼ਬਦ ਸੁਖਨਵਰ, 10ਵੇਂ ਪਾਤਸ਼ਾਹ ਦਾ ਬਚਨ ਹੈ। ਹਮੂ ਮਰਦ ਵਾਇਦ ਸ਼ਬਦ ਸੁਖਨਵਰ, ਨਾ ਸ਼ਿਕਮੇ ਦਿਗਰ ਦਰਦਹਾਨੇ ਦਿਗਰ। ਉਹ ਮਹਾਂਪੁਰਸ਼ ਚਾਹੀਦਾ, ਉਹ ਸੁਖਨਵਰ ਚਾਹੀਦਾ ਹੈ, ਜਿਹਦੇ ਮਨ ਵਿੱਚ ਵੀ ਉਹੀ ਕੁਛ ਹੋਵੇ, ਢਿੱਡ ਵਿੱਚ ਵੀ ਉਹੀ ਕੁਛ ਹੋਵੇ। ਅੱਜ ਕੱਲ੍ਹ ਕਿਆ ਹੈ, ਜਿਨ੍ਹਾਂ ਨੂੰ ਆਪਾਂ ਮਹਾਨ ਮੰਨੀ ਬੈਠੇ, ਸਾਡੇ ਖਾਸ ਕਰਕੇ ਨੇਤਾ ਲੋਕ, ਪ੍ਰਧਾਨ ਮੰਤਰੀ ਵਗੈਰਾ, ਮੁੱਖ ਮੰਤਰੀ ਵਗੈਰਾ, ਉਹ ਕਾਮਯਾਬੀ ਉਹ ਇਸ ਕਰਕੇ ਉਹਨਾਂ ਦੀ ਦੁਨੀਆ ਦੇ ਵਿੱਚ ਵੀ ਮੂੰਹ ਵਿੱਚ ਹੋਰ ਹੈ, ਮਨ ਵਿੱਚ ਹੋਰ ਹੈ। ਪਰ ਗੁਰਮਤਿ ਦਾ ਕਿਉਂਕਿ ਸੱਚ ਦਾ ਮਾਰਗ ਹੈ, ਇਹ ਸਿਆਸਤ ਝੂਠ ਦਾ ਮਾਰਗ ਹੈ। ਇਸ ਕਰਕੇ ਜਿਹਦਾ ਮਨ ਸੱਚਾ ਔਰ ਮੁਖ ਸੱਚਾ ਹੈ, ਔਰ ਇੱਕ ਤੋਂ ਬਿਨਾਂ ਦੂਜੇ ਨੂੰ ਨਹੀਂ ਦੇਖਦਾ। ਅਵਰ ਨਾ ਪੇਖੈ ਏਕ ਸਵਿਨ ਕੋਏ, ਸਭ ਵਿੱਚ ਉਸੇ ਦੀ ਜੋਤ ਨਜ਼ਰ ਆਉਂਦੀ ਹੈ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਇਹ 3 ਲੱਛਣ ਹੈ ਬ੍ਰਹਮ ਗਿਆਨੀ ਦੇ। ਅਸ਼ਟਪਦੀ। ਬ੍ਰਹਮ ਗਿਆਨੀ ਸਦਾ ਨਿਰਲੇਪ, ਬ੍ਰਹਮ ਗਿਆਨੀ ਹਮੇਸ਼ਾ ਹੀ ਨਿਰਲੇਪ ਰਹਿੰਦਾ। ਜੈਸੇ ਜਲ ਮੈਂ ਕਮਲ ਅਲੇਪ। ਕਮਲ ਗੰਦਗੀ ਦੇ, ਜਿਹੜਾ ਸਾਰੇ ਸ਼ਹਿਰ ਦੀ ਗੰਦਗੀ ਹੁੰਦੀ ਹੈ, ਟੋਭਾ ਹੁੰਦਾ, ਉੱਥੇ ਕਮਲ ਦਾ ਫੁੱਲ ਖਿੜਦਾ। ਖੜਾ ਗੰਦਗੀ ਵਿੱਚ ਹੈ, ਰਹਿੰਦਾ ਉਹ ਤੋਂ ਅਲੇਪ ਹੈ। ਗੰਦਗੀ ਆਪਣੇ ਨਾਲ ਨਹੀਂ ਲੱਗਣ ਦਿੰਦਾ, ਉਸ ਆਲੂਦਗੀ ਤੋਂ ਦੂਰ ਰਹਿੰਦਾ ਹੈ। ਔਰ ਉਸ ਕਮਲ ਨੂੰ ਤੇ ਜਿਹੜੇ ਗੁਰੂ ਸਾਹਿਬ ਦੇ ਚਰਨ ਹੈ, ਉਹਦੇ ਨਾਲ ਤਸਬੀਹ ਦਿੱਤੀ ਜਾਂਦੀ ਹੈ, ਚਰਨ ਕਮਲ। ਬ੍ਰਹਮ ਗਿਆਨੀ ਸਦਾ ਨਿਰਦੋਖ, ਬ੍ਰਹਮ ਗਿਆਨੀ ਕੋਈ ਦੋਖ ਨਹੀਂ ਕਰਦਾ, ਸਦਾ ਨਿਰਦੋਖ ਰਹਿੰਦਾ ਹੈ। ਸਾਰਾ ਸੰਸਾਰ ਦੋਖਾਂ ਦੇ ਵਿੱਚ ਹੈ, ਦੋਸ਼ਾਂ ਦੇ ਵਿੱਚ ਹੈ। ਜੈਸੇ ਸੂਰ ਸਰਵ ਕੋ ਸੋਖ, ਜਿਵੇਂ ਸੂਰਜ ਗੰਦਗੀ ਉੱਪਰ ਵੀ ਉਹਦੀਆਂ ਕਿਰਨਾਂ ਵਰਦੀਆਂ, ਫੁੱਲਾਂ ਪਰ ਵੀ ਵਰਦੀਆਂ, ਆਪ ਉਹਨੂੰ ਕੋਈ ਫਰਕ ਨਹੀਂ ਪੈਂਦਾ, ਗੰਦਗੀ ਨੂੰ ਸੁਖਾ ਕੇ ਰੱਖ ਦਿੰਦਾ, ਉਹਦੀ ਬਦਬੂ ਦੂਰ ਕਰ ਦਿੰਦਾ। ਐਸੇ ਤਰ੍ਹਾਂ ਬ੍ਰਹਮ ਗਿਆਨੀ ਨੂੰ ਆਪ ਕੋਈ ਦੋਸ਼ ਨਹੀਂ ਲੱਗਦਾ, ਉਹ ਸੂਰਜ ਦੀ ਤਰ੍ਹਾਂ ਸਾਰਿਆਂ ਦੇ ਜਿਹੜੇ ਦੋਖ ਹੈ ਉਹਨਾਂ ਨੂੰ ਮਿਟਾ ਦਿੰਦਾ ਹੈ, ਪਾਪਾਂ ਨੂੰ ਕੱਢ ਦਿੰਦਾ ਹੈ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਬ੍ਰਹਮ ਗਿਆਨੀ ਦੀ ਜਿਹੜੀ ਦ੍ਰਿਸ਼ਟੀ ਹੈ ਉਹ ਸਮਾਨ ਹੁੰਦੀ ਹੈ। ਸਾਧ ਸੰਗਤ ਜੀਓ, ਇਹ ਜਿਹੜੀਆਂ ਦ੍ਰਿਸ਼ਟੀਆਂ, ਇਹਦਾ ਜ਼ਿਕਰ ਗੁਰਬਾਣੀ 'ਚ ਕਈ ਜਗ੍ਹਾ ਹੁੰਦਾ। ਇੱਕ ਚਰਮ ਦ੍ਰਿਸ਼ਟੀ ਹੁੰਦੀ ਹੈ, ਚੰਮ ਵਾਲੀ ਦ੍ਰਿਸ਼ਟੀ ਜਿਹੜੀ ਤਮੋ ਗੁਣੀਆਂ ਦੀ ਹੁੰਦੀ ਹੈ, ਸਭ ਤੋਂ ਹੇਠਲੀ ਦ੍ਰਿਸ਼ਟੀ। ਇਸ ਤੋਂ ਉੱਪਰ ਇੱਕ ਸਤੋਗੁਣੀ ਦ੍ਰਿਸ਼ਟੀ ਹੁੰਦੀ ਹੈ, ਸਤੋਗੁਣੀਆਂ ਦੀ। ਉਸ ਤੋਂ ਬਾਅਦ ਦਿਵ ਦ੍ਰਿਸ਼ਟ ਹੁੰਦੀ ਹੈ। ਦਿਵ ਦ੍ਰਿਸ਼ਟ ਹੁੰਦੀ ਹੈ ਜਿਹੜੀ ਚੌਥੇ ਪਦ ਦੇ ਮਹਾਂਪੁਰਸ਼ਾਂ ਦੀ ਹੁੰਦੀ ਹੈ। ਇਹਨਾਂ ਤੇ ਉੱਪਰ ਹੁੰਦੀ ਹੈ ਸਮ ਦ੍ਰਿਸ਼ਟੀ। ਸਮ ਦ੍ਰਿਸ਼ਟੀ ਹੁੰਦੀ ਹੈ ਬ੍ਰਹਮ ਗਿਆਨੀ ਦੀ, ਪਰਮ ਪਦ ਵਾਲੇ ਮਹਾਂਪੁਰਸ਼ ਦੀ। ਜੈਸੇ ਰਾਜ ਰੰਕ ਕੋ ਲਾਗੈ ਤੁਲ ਪਵਾਨ, ਇਸ ਤਰ੍ਹਾਂ ਦ੍ਰਿਸ਼ਟੀ ਸਮਾਨ ਹੁੰਦੀ ਹੈ ਸੰਤ ਦੀ, ਬ੍ਰਹਮ ਗਿਆਨੀ ਦੀ। ਜਿਵੇਂ ਰਾਜੇ ਔਰ ਰੰਕ ਨੂੰ, ਗਰੀਬ ਔਰ ਅਮੀਰ ਨੂੰ ਹਵਾ ਬਰਾਬਰ ਲੱਗਦੀ ਹੈ। ਹਵਾ ਕੋਈ ਭੇਦ ਨਹੀਂ ਕਰਦੀ ਵੀ ਇਹ ਗਰੀਬ ਹੈ ਜਾਂ ਅਮੀਰ ਹੈ। ਬ੍ਰਹਮ ਗਿਆਨੀ ਕੈ ਧੀਰਜ ਏਕ, ਜਿਉਂ ਵਸੁਧਾ ਕਉ ਖੋਦੈ ਕਉ ਚੰਦਨ ਲੈ। ਬ੍ਰਹਮ ਗਿਆਨੀ ਦੇ ਅੰਦਰ ਇਕਸਾਰ ਧੀਰਜ ਹੁੰਦਾ ਹੈ। ਜਿਵੇਂ ਧਰਤੀ ਨੂੰ ਕੋਈ ਚੰਦਨ ਦਾ ਲੇਪ ਕਰਦਾ, ਕੋਈ ਉਹਨੂੰ ਖੁਰਪਾ ਲੈ ਕੇ ਜਾਂ ਕਹੀ ਲੈ ਕੇ ਖੋਦਦਾ। ਧਰਤੀ ਉਹਨਾਂ ਨੂੰ ਕੁਛ ਨਹੀਂ ਕਹਿੰਦੀ, ਕਿਸੇ ਨੂੰ ਵੀ। ਇੱਕ ਨੇ ਬ੍ਰਹਮ ਗਿਆਨੀ ਹੁੰਦਾ, ਸਭ ਕੁਛ ਬਰਦਾਸ਼ਤ ਕਰੀ ਜਾਂਦਾ।
ਬ੍ਰਹਮ ਗਿਆਨੀ ਕਾ ਇਹ ਗੁਨਾਓ। ਬ੍ਰਹਮ ਗਿਆਨੀ 'ਚ ਇਹ ਗੁਣ ਹੁੰਦਾ ਹੈ, ਨਾਨਕ ਜਿਉ ਪਾਵਕ ਕਾ ਸਹਿਜ ਸੁਭਾਅ। ਜਿਵੇਂ ਪਾਵਕ ਅੱਗ ਸਹਿਜ ਸੁਭਾਅ ਸਭ ਨੂੰ ਸੇਕ ਦਿੰਦੀ ਹੈ, ਕੋਈ ਗਰੀਬ ਹੋਵੇ ਅਮੀਰ ਹੋਵੇ, ਇਸੇ ਤਰ੍ਹਾਂ ਬ੍ਰਹਮ ਗਿਆਨੀ ਹੈ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਨਿਰਮਲ ਪੁਰਸ਼ਾਂ 'ਚੋਂ ਵੀ ਨਿਰਮਲ ਹੁੰਦਾ ਜਿਹੜਾ ਬ੍ਰਹਮ ਗਿਆਨੀ। ਜੈਸੇ ਮੈਲ ਨਾ ਲੱਗੇ ਜਲਾ, ਜਲ ਨੂੰ ਜਿਵੇਂ ਮੈਲ ਨਹੀਂ ਲੱਗਦੀ, ਇਸੇ ਤਰ੍ਹਾਂ ਬ੍ਰਹਮ ਗਿਆਨੀ ਨੂੰ ਮੈਲ ਨਹੀਂ ਲੱਗਦੀ। ਰਹਿੰਦਾ ਇਸ ਗੰਦੇ ਸੰਸਾਰ ਦੇ ਵਿੱਚ ਹੈ ਬ੍ਰਹਮ ਗਿਆਨੀ, ਵਿਗੜੇ ਹੋਏ ਸੰਸਾਰ ਦੇ ਵਿੱਚ ਰਹਿੰਦਾ, ਲੇਕਿਨ ਉਹਨੂੰ ਮੈਲ ਨਹੀਂ ਲੱਗਦੀ। ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ। ਬ੍ਰਹਮ ਗਿਆਨੀ ਦੇ ਮਨ ਵਿੱਚ ਚਾਨਣਾ ਪ੍ਰਗਾਸ ਹੁੰਦਾ ਹੈ, ਨੂਰ ਹੁੰਦਾ ਹੈ। ਜੈਸੇ ਧਰ ਉੱਪਰ ਆਕਾਸ਼, ਜਿਵੇਂ ਧਰਤੀ ਦੇ ਉੱਪਰ ਆਕਾਸ਼ ਹੈ, ਐਸੇ ਤਰੀਕੇ ਨਾਲ ਬ੍ਰਹਮ ਗਿਆਨੀ ਦੇ ਮਨ 'ਚ ਪ੍ਰਗਾਸ ਹੈ। ਬ੍ਰਹਮ ਗਿਆਨੀ ਕੈ ਮਿੱਤਰ ਸੱਤਰ ਸਮਾਨ। ਮਿੱਤਰ ਔਰ ਦੁਸ਼ਮਣ, ਸੱਤਰ ਦੁਸ਼ਮਣ ਨੂੰ ਕਹਿੰਦੇ ਆ। ਬ੍ਰਹਮ ਗਿਆਨੀ ਵਾਸਤੇ ਦੋਨੋਂ ਇੱਕਸਾਰ ਹੁੰਦੇ, ਦੋਹਾਂ ਨੂੰ ਇੱਕੋ ਜਿਹਾ ਉਪਦੇਸ਼ ਕਰਦਾ ਉਹ, ਇਹ ਨਹੀਂ ਵੀ ਸੱਤਰਾਂ ਨੂੰ ਹੋਰ ਤਰ੍ਹਾਂ ਦਾ ਕਰੇ। ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ। ਈਗੋ, ਸੁਪਰ ਈਗੋ ਤੋਂ ਰਹਿਤ ਹੁੰਦਾ ਹੈ। ਈਗੋ ਹੁੰਦੀ ਹੈ ਹਉਮੈ, ਅਤੇ ਸੁਪਰ ਈਗੋ ਹੁੰਦਾ ਹੈ ਹੰਕਾਰ ਜਾਂ ਅਭਿਮਾਨ। ਇਹਨਾਂ ਦੋਹਾਂ 'ਚ ਥੋੜ੍ਹਾ ਜਿਹਾ ਫਰਕ ਹੈ ਇੰਟੈਂਸਿਟੀ ਦਾ। ਬ੍ਰਹਮ ਗਿਆਨੀ ਊਂਚ ਤੇ ਉੱਚਾ, ਸਭ ਤੇ ਉੱਚਿਆਂ ਤੋਂ ਵੀ ਉੱਚਾ ਬ੍ਰਹਮ ਗਿਆਨੀ ਹੁੰਦਾ। ਮਨ ਆਪਣੇ ਹੈ ਸਭ ਤੇ ਨੀਚਾ, ਮਨ ਵਿੱਚ ਸਭ ਤੋਂ ਨੀਵਾਂ ਹੁੰਦਾ ਉਹ, ਸਾਰਿਆਂ ਦੀ ਰੇਣ ਬਣ ਜਾਂਦਾ, ਚਰਨਾਂ ਦੀ ਧੂੜ ਬਣ ਜਾਂਦਾ। ਇਸੀ ਕਰਕੇ ਉਹ ਉੱਚਾ ਹੁੰਦਾ। ਆਪਸ ਕੋ ਜੋ ਜਾਣੇ ਨੀਚਾ, ਸੋ ਗਨੀਏ ਸਭ ਤੇ ਉੱਚਾ। ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਭ ਆਪ ਕਰੇ। ਆ ਦੇਖੋ ਇੱਥੇ ਵਿਦਵਾਨਾਂ ਦਾ ਇੱਕ ਨੁਕਤਾ ਜਿਹੜਾ ਠਾਲਦੇ ਆ, ਖਾਸ ਕਰਕੇ ਜਿਹੜੇ ਕੁਛ ਅਲਟਰਾ ਮਿਸ਼ਨਰੀ ਹੈ, ਜਿਹੜੇ ਕਹਿੰਦੇ ਜੀ ਬ੍ਰਹਮ ਗਿਆਨੀ ਤਾਂ ਰੱਬੇ ਹੋ ਸਕਦਾ ਹੈ। ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਉਹ ਇੱਥੋਂ ਨਾ ਟਪਲਾ ਪੈਂਦਾ ਗੁਰਬਾਣੀ ਦੀ ਇੱਕ ਤੁਕ ਤੋਂ, ਵੀ ਬ੍ਰਹਮ ਗਿਆਨੀ ਤਾਂ ਰੱਬ ਹੀ ਹੋ ਸਕਦਾ, ਫਿਰ ਬੰਦਾ ਕਿਵੇਂ ਹੋ ਜਾਊਗਾ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਕਿਵੇਂ ਹੋ ਜਾਊਗਾ, ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ, ਬੁੱਝਣਾ ਨਹੀਂ ਆਉਂਦਾ। ਜੇ ਇਸ ਤੁਕ ਨੂੰ ਹੀ ਪਕੜ ਲੈਣ ਗੁਰਬਾਣੀ ਦੀ ਨੂੰ, ਇੱਥੋਂ ਹੀ ਗੱਲ ਕਲੀਅਰ ਹੋ ਜਾਣੀ ਹੈ। ਬ੍ਰਹਮ ਗਿਆਨੀ ਸੇ ਜਨ ਭਏ, ਉਹ ਜਨ, ਉਹ ਪੁਰਸ਼ ਬ੍ਰਹਮ ਗਿਆਨੀ ਬਣਦੇ ਆ, ਨਾਨਕ ਜਿਨ ਪ੍ਰਭ ਆਪ ਕਰੇ। ਜਿਨ੍ਹਾਂ ਨੂੰ ਪ੍ਰਭੂ ਆਪ ਕਰਦਾ ਹੈ, ਬਣਾਉਂਦਾ, ਉਹ ਬ੍ਰਹਮ ਗਿਆਨੀ ਬਣਦੇ ਆ। ਤੋ ਬ੍ਰਹਮ ਗਿਆਨੀ ਰੱਬ ਕਿਵੇਂ ਹੋ ਗਿਆ ਭਾਈ? ਰੱਬ ਤਾਂ ਬ੍ਰਹਮ ਗਿਆਨੀ ਬਣਾਉਂਦਾ ਹੈ। ਸਗੋਂ ਮੱਤ ਮਾਰੀ ਹੋਈ ਹੈ ਸਾਡੀ, ਇੱਕ ਤੁਕ ਨੂੰ ਲੈ ਕੇ ਵਿਆਖਿਆ ਕਰਨ ਲੱਗੇ ਹੋਏ, ਸਮਝਦੇ ਵੀ ਨਹੀਂ ਹੈ, ਫਿਰ ਆਪਣੀਆਂ ਦਲੀਲਾਂ ਮੂਹਰੇ ਕਰ ਦਿੰਦੇ। ਕੁੱਲ ਮਿਲਾ ਕੇ ਸਾਧ ਸੰਗਤ ਸਭ ਸਮਝਦੀ ਹੁੰਦੀ ਇਹਨਾਂ ਬਾਤਾਂ ਨੂੰ। ਇੱਕ ਦੋ ਭ੍ਰਸ਼ਟੇ ਹੋਏ ਹੁੰਦੇ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੁੰਦੇ। ਨੈੱਟ ਪਰ ਵੀ ਚੱਲਦਾ ਇਸ ਤਰ੍ਹਾਂ ਦੀਆਂ ਵਿਚਾਰਾਂ ਰੋਜ਼ ਚੱਲਦੀਆਂ। ਬ੍ਰਹਮ ਗਿਆਨੀ ਇਸ ਯੁੱਗ ਮੈਂ ਕੋ ਵਿਰਲਾ ਬ੍ਰਹਮ ਗਿਆਨੀ, ਜੇ ਹਉਮੈ ਮੇਟ ਸਮਾਏ। ਆ ਦੇਖੋ ਗੁਰਬਾਣੀ ਦੀ ਤੁਕ ਹੈ, ਇਸ ਯੁੱਗ ਮੈਂ ਕੋ ਵਿਰਲਾ ਬ੍ਰਹਮ ਗਿਆਨੀ, ਕੋਈ ਵਿਰਲਾ ਹੁੰਦਾ ਹੈ। ਰੱਬ ਤਾਂ ਵਿਰਲਾ ਨਹੀਂ ਹੈ, ਰੱਬ ਤਾਂ ਇੱਕੋ ਇੱਕ ਹੈ। ਇਸ ਯੁੱਗ ਮੈਂ ਕੋ ਵਿਰਲਾ ਬ੍ਰਹਮ ਗਿਆਨੀ, ਜੇ ਹਉਮੈ ਮੇਟ ਸਮਾਏ। ਜਿਹੜਾ ਆਪਣੀ ਹਉਮੈ ਨੂੰ ਮਿਟਾ ਕੇ ਉਹਦੇ ਨਾਲ ਮਿਲ ਜਾਂਦਾ, ਤਾਂ ਉਹ ਤਾਂ ਹੋਇਆ ਪਰਮਾਤਮਾ। ਬ੍ਰਹਮ ਗਿਆਨੀ ਜਿਹੜਾ ਆਪਣੀ ਹਉਮੈ ਮਿਟਾਉਂਦਾ, ਰੱਬ ਕਿਵੇਂ ਹੋ ਗਿਆ ਬ੍ਰਹਮ ਗਿਆਨੀ ਬਈ? ਪਤਾ ਨਹੀਂ ਕਿਉਂ ਇਸ ਤਰ੍ਹਾਂ ਦੀਆਂ ਗੱਲਾਂ ਸਿਵਾਏ ਬੁੱਝਣੇ ਤੋਂ ਗੁਰਬਾਣੀ ਦੀ ਇੱਕ ਦੋ ਤੁਕਾਂ ਪਕੜ ਕੇ ਇੱਕ ਪਾਸੜ ਹੋ ਕੇ ਗੁਰਬਾਣੀ ਦੀਆਂ ਵਿਚਾਰਾਂ ਕਰੀ ਜਾਂਦੇ। ਸੰਗਤ ਨੂੰ ਭੰਬਲ ਭੂਸਾ ਪੈਂਦਾ, ਫਿਰ ਜਿਹੜੀ ਸੰਗਤ ਬੁੱਝਣੇ ਵਾਲੀ ਉਹਨੂੰ ਤਾਂ ਨਹੀਂ ਪੈਂਦਾ, ਪਰ ਬਾਕੀਆਂ ਨੂੰ ਪੈ ਜਾਂਦਾ। ਸਿੱਖ ਜਗਤ ਵਿੱਚ ਬੜਾ ਇਸ ਤਰ੍ਹਾਂ ਦਾ ਇੰਤਸ਼ਾਰ ਚੱਲ ਰਿਹਾ। ਸਾਧ ਸੰਗਤ ਜੀ, ਉਹ ਇਸੇ ਦੇ ਨਾਲ ਇੱਕ ਅਗਲੀ ਵਿਚਾਰ ਆਪਣੀ ਤੁੱਛ ਬੁੱਧੀ ਅਨੁਸਾਰ ਹਾਜ਼ਰ ਹੈ। ਗੱਲ ਬੁੱਝਣ ਦੀ। ਬੁੱਝਣਾ ਕਿਹਨੂੰ ਕਿਹਾ ਜਾਂਦਾ ਹੈ? ਬੁੱਝਣਾ ਬਹੁਤ ਪਵਿੱਤਰ ਸ਼ਬਦ ਹੈ। ਸੰਤ ਦੇ ਔਰ ਦੁਨੀਆ ਦੇ ਵਿਚਾਲੇ ਬੁੱਝਣਾ ਖੜਾ ਹੈ। ਬੁੱਝਣਾ ਸਾਡੇ ਵੱਸ ਦੀ ਗੱਲ ਨਹੀਂ ਹੈ। ਬੁੱਝਣਾ ਕੇਵਲ ਸੰਗਤ ਵਿੱਚ ਕੋਈ ਮਹਾਂਪੁਰਸ਼ ਸਾਨੂੰ ਸਮਝਾ ਸਕਦਾ, ਬੁੱਝਣ ਲਾ ਸਕਦਾ, ਅਦਰਵਾਈਜ਼ ਅਸੀਂ ਬੁੱਝ ਨਹੀਂ ਸਕਦੇ। ਕਿਉਂਕਿ ਬੁੱਝਣੇ ਦੀ ਜਿਹੜੀ ਅਵਸਥਾ ਹੈ ਉਹ ਚੌਥੇ ਪਦ ਬਣਦੀ ਹੈ, ਗੁਰੂ ਭੇਟਾ ਤੋਂ ਬਾਅਦ ਬਣਦੀ ਹੈ। ਬਿਨ ਬੁੱਝੇ ਕਰਮ ਕਮਾਵਣੇ, ਜਨਮ ਪਦਾਰਥ ਖੋਏ। ਜੋ ਵੀ ਆਪਾਂ ਕੰਮਕਾਰ ਕਰਦੇ ਹਾਂ, ਕਿਰਿਆ ਵਿਸ਼ੇਸ਼ ਕਰਦੇ ਹਾਂ, ਕਰਮ ਧਰਮ ਕਰਦੇ ਹਾਂ, ਜੇ ਆਪਾਂ ਉਹਨੂੰ ਨਹੀਂ ਬੁੱਝਦੇ ਤਾਂ ਸਾਡਾ ਜਨਮ ਪਦਾਰਥ ਖੋ ਹੋ ਜਾਂਦਾ। ਮਨਮੁਖ ਜਿੰਨੇ ਵੀ ਹੈ
ਉਹ ਬਿਨਾਂ ਬੁੱਝੇ ਤੋਂ ਕਰਦੇ हैं, क्योंकि बिन बूझे पशु की न्याई भ्रम मोह व्याप्यो माया। पशुओं के बराबर असीं जे नहीं बुझते। देखो साध संगत जी, गुरबाणी का विचार है, गुरबाणी का सानू ये उपदेश है। हौमै वड्डा गुबार है, हौमै विच बुझ ना सके कोई। ये जिहड़ी हौमै पाई भी हुई है परमात्मा वालों साडे अंदर, साडे किरत कर्म करके, ये गुबार है। ਇਹਦੇ ਵਿੱਚ ਸਾਨੂੰ ਸਮਝ ਆਉਂਦੀ ਹੋ ਨਹੀਂ, ਬੁੱਝਣਾ ਆਉਂਦਾ ਹੀ ਨਹੀਂ ਹੈ। ਪੜ੍ਹਦੇ ਜ਼ਰੂਰ ਨੇ, ਪਾਠ ਪੜ੍ਹੇ ਨਹਿ ਬੂਝਈ ਭੇਖੀ ਭਰਮ ਭੁਲਾਏ। ਭੇਖੀ ਆ ਉਹ ਬੰਦਾ ਜਿਹੜਾ ਪਾਠ ਕਰਦਾ ਲੇਕਿਨ ਬੁੱਝਦਾ ਹੈ ਨਹੀਂ ਵੀ ਵਿੱਚ ਕਿਆ ਲਿਖਿਆ ਹੋਇਆ। ਦੇਖਾ ਦੇਖੀ ਸਭ ਕਰੇ ਮਨਮੁਖ ਬੂਝ ਨਾ ਪਾਏ। ਦੇਖਾ ਦੇਖੀ ਮਨਮੁਖ ਵੀ ਗੁਰਮੁਖਾਂ ਦੀ ਰੀਸ ਕਰਦਾ ਵੀ ਉਹ ਪਾਠ ਕਰਦੇ ਮੈਂ ਵੀ ਕਰਾਂ, ਉਹ ਸੇਵਾ ਕਰਦੇ ਮੈਂ ਵੀ ਕਰਾਂ, ਲੇਕਿਨ ਜਿਹੜੀ ਵਿੱਚ ਗੱਲ ਦਾ ਬਾਲ ਹੈ ਉਹ ਸਮਝ ਨਹੀਂ ਹੁੰਦੀ ਉਹਨੂੰ। ਇਸੇ ਕਰਕੇ ਉਹ ਮਨਮੁਖ ਹੁੰਦਾ, ਬੁੱਝਦਾ ਨਹੀਂ ਹੈ। ਕਰਮ ਧਰਮ ਸਾਰੇ ਲੋਕ ਕਰਦੇ ਹੈ ਰੱਬ ਦੇ ਨਾਂ ਪਰ ਮਨਮੁਖਤਾ ਹੀ ਇਸ ਕਰਕੇ ਵੀ ਉਹ ਗੱਲ ਨੂੰ ਬੁੱਝਦੇ ਨਹੀਂ ਵੀ ਇਹਦਾ ਮਤਲਬ ਕੀ ਹੈ। ਜਿੰਨੀ ਵੀ ਆਪਾਂ ਪੂਜਾ ਪਾਠ ਸੇਵਾ ਕਰਦੇ ਹਾਂ ਬਿਨਾਂ ਬੁੱਝੇ ਤੋਂ ਉਹ ਸਾਰੀ ਪਸ਼ੂ ਦੀ ਨਿਆਈ ਗਰਦਾਨਦੀ ਹੈ ਗੁਰਬਾਣੀ। ਇਸ ਕਰਕੇ ਸਾਧ ਸੰਗਤ ਜੀਓ, ਪਾਠ ਪੜ੍ਹੇ न बूझई। पाठ नूं पढ़ते जरूर हैं पर बुझते नहीं है। जिन्ना चिर बुझते नहीं है कल्याण नहीं हुंदा। बिन बूझे सब दुख दुख कमावना, हौमै आवे जाए भरम भुलावा। एक होर जगह फरमाउने पातशाह, मूर्ख पढ़े शब्द ना बूझे, गुरमुख विरला जाता है। मूर्ख पढ़ते जरूर हैं पर शब्द नूं बुझते नहीं है। जे शब्द नूं नहीं बुझते, सब ते मूहरे एका लग्या वा एक ओंकार दा गुरबाणी दे जपजी साहब दे मूहरे, वो एके पर नहीं खड़ सकते क्योंकि बुझते नहीं है। पढ़ते जरूर है रोज़ एक ओंकार एक ओंकार एक ओंकार। ये उही गल है भी जिवें पंछी किसी महात्मा ने उन्होंने सिखाता बई ਤੁਸੀਂ ਜੀ ਜਦ ਵੀ ਸ਼ਿਕਾਰੀ ਜਾਲ ਲੈ ਕੇ ਆਵੇ ਤੁਸੀਂ ਇਹ ਪੜ੍ਹਨ ਲੱਗ ਜਾਣਾ ਬਈ ਸ਼ਿਕਾਰੀ ਆਵੇਗਾ, ਜਾਲ ਵਿਛਾਵੇਗਾ, ਚੋਗਾ ਪਾਵੇਗਾ, ਪਰ ਅਸੀਂ ਫਸਣਾ ਨਹੀਂ ਹੈ। ਪੰਛੀ ਲੱਗ ਪਏ ਬੋਲਣ ਜਿਵੇਂ ਤੋਤੇ ਸਿੱਖ ਲੈਂਦੇ। ਸ਼ਿਕਾਰੀ ਆਇਆ, ਜਾਲ ਲਾ ਰਿਹਾ, ਵਿੱਚ ਚੋਗਾ ਪਾ ਰਿਹਾ, ਪੰਛੀਆਂ ਨੇ ਰਾਗ ਸ਼ੁਰੂ ਕਰਤਾ, ਸ਼ਿਕਾਰੀ ਆਵੇਗਾ, ਜਾਲ ਵਿਛਾਵੇਗਾ, ਚੋਗਾ ਪਾਵੇਗਾ, ਪਰ ਅਸੀਂ ਫਸਣਾ ਨਹੀਂ। ਜਾਂ ਚੋਗਾ ਪਿਆ ਦੇਖਿਆ, ਇੱਕਦਮ ਦਰਖਤ ਤੋੜ ਕੇ ਆ ਕੇ ਫੇਰ ਚੁਗਣ ਲੱਗ ਗਏ, ਫਸ ਗਏ ਵਿੱਚ। ਇਹ ਹੈ ਬਿਨਾਂ ਬੁੱਝਣੇ ਤੋਂ ਸਾਡਾ ਜਿਹੜਾ ਕਰਮ ਆਪਾਂ ਕਰਦੇ ਹਾਂ। ਇਹ ਬੁੱਝਣਾ ਕਿਵੇਂ ਆਊਗਾ? ਸਤਿਗੁਰ ਮਿਲਿਆ ਉਲਟੀ ਪਈ ਭਾਈ, ਜੀਵਤ ਮਰੈ ਤਾਂ ਬੂਝ ਪਾਏ। ਜੇ ਜਿਉਂਦੇ ਜੀ ਮਰਾਂਗੇ, ਅਸੀਂ ਆਪਣੀ ਹਉਮੈ ਨੂੰ ਮਾਰਾਂਗੇ ਸਤਿਗੁਰੂ ਦੇ ਨਾਲ ਮਿਲ ਕੇ, ਫੇਰ ਸਾਨੂੰ ਇਹਦੀ ਬੂਝ ਹੋਊਗੀ ਜਾਂ ਸਾਡੀ ਮੱਤ ਉਲਟੀ ਹੋਊਗੀ। ਹਾਲੇ ਮੱਤ ਸਾਡੀ ਜਿਵੇਂ ਚੱਲ ਰਹੀ ਹੈ, ਜਿਹਨੂੰ ਆਪਾਂ ਸਿੱਧੀ ਮੱਤ ਕਹਿੰਦੇ ਹਾਂ, ਇਹ ਬਿਲਕੁਲ ਪੁੱਠੀ ਮੱਤ ਹੈ। ਗੁਰੂ ਨਾਲ ਮਿਲ ਕੇ ਜਦ ਸਾਡੀ ਮੱਤ ਬਦਲੂਗੀ, ਦਿਸ਼ਾ ਉਹਦੀ, ਜਦ ਬੁੱਝਣਾ ਆਉਣਾ। ਦੇਖੋ ਸਾਧ ਸੰਗਤ ਜੀ, ਉਹ ਦਸ਼ਾ ਔਰ ਦਿਸ਼ਾ ਦੋ ਬਾਤਾਂ ਹੈ। ਬਾਹਰ ਤੋਂ ਦਸ਼ਾ ਆਪਾਂ ਬਦਲ ਲੈਂਦੇ ਧਾਰਮਿਕ, ਜਿਵੇਂ ਕੋਈ ਹਿੰਦੂ ਧਰਮ ਵਿੱਚ ਪੂਰਾ ਹੋ ਜੇ, ਟਿੱਕਾ ਵਗੈਰਾ ਲਾਵੇ, ਸਿੱਖ ਧਰਮ ਵਿੱਚ ਕਕਾਰੀ ਹੋ ਜੇ, ਜਾਂ ਹੋਰ ਕੋਈ ਧਰਮ ਹੈ ਉਹਨਾਂ ਦੇ ਅਨੁਸਾਰੀ ਉਹ ਹੋ ਜੇ, ਉਹ ਦਸ਼ਾ ਤਾਂ ਬਦਲ ਲੈਂਦੇ, ਪਰ ਦਿਸ਼ਾ ਜਿਹੜੀ ਬਦਲਣੀ ਹੈ ਉਹ ਸਤਿਗੁਰੂ ਦੀ ਭੇਂਟ ਨਾਲ ਬਦਲਣੀ, ਉਹ ਨਹੀਂ ਬਦਲਦੀ ਹੈ। ਤਾਂ ਬਾਹਰਲਾ ਜਿਹੜਾ ਕਰਮ ਧਰਮ ਹੈ ਦੁਨੀਆ ਵਿੱਚ ਉਹ ਮੁਬਾਰਕ ਹੈ, ਦੁਨੀਆ ਉਹਨੂੰ ਬਹੁਤ ਵਡਿਆਉਂਦੀ ਵੀ ਹੈ, ਪਰ ਜਿਹੜਾ ਗੁਰਬਾਣੀ ਦਾ ਸਿਲਸਿਲਾ ਹੈ ਵੀ ਕਿਸੇ ਬੰਦੇ ਨੇ ਸੰਤ ਕਿਵੇਂ ਬਣਨਾ ਹੈ, ਇਹ ਉਹ ਬਾਤ ਹੈ। ਜਿੰਨਾ ਚਿਰ ਬੁੱਝਦਾ ਨਹੀਂ ਬੰਦਾ, ਉਸ ਬੁੱਝਣੇ ਤੋਂ ਬਿਨਾਂ ਇਹ ਸਾਰਾ ਕੁਛ ਅਨਰਥ ਹੁੰਦਾ। ਮਨਮੁਖ ਕਰਮ ਕਮਾਵਣੇ, ਜਨਮ ਪਦਾਰਥ ਖੋਏ। ਪਵਿੱਤਰ ਬਚਨ ਹੈ, ਏਕ ਵਸਤ ਬੂਝੈ ਤਾਂ ਹੋਮੈ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਜੇ ਤਾਂ ਇੱਕ ਗੱਲ ਨੂੰ ਬੁੱਝ ਲਿਆ, ਨਾਮ ਵਾਲੀ ਭਾਈ, ਫਿਰ ਤੂੰ ਪਵਿੱਤਰ ਹੈ, ਅਦਰਵਾਈਜ਼ ਯੂ ਆਰ ਡਰਟੀ ਐਂਡ ਸੋਇਲਡ। ਫਿਰ ਤੂੰ ਨਹੀਂ ਤਾਂ ਗੰਦਾ ਹੈ, ਨਾ ਪਾਕ ਹੈ। ਜੇ ਨਹੀਂ ਬੁੱਝਦਾ, ਕਰਮ ਧਰਮ ਕਰਦਾ ਪਰ ਬੁੱਝਦਾ ਹੈ ਨਹੀਂ। ਇਸ ਕਰਕੇ ਸਾਧ ਸੰਗਤ ਜੀਓ, ਇਹ ਮਨ ਕਾਸ਼ੀ ਸਭ ਤੀਰਥ ਸਿਮਰਤ, ਸਤਿਗੁਰ ਦੀਆ ਬੁਝਾਏ।
ਸਤਿਗੁਰੂ ਇਸ ਗੱਲ ਦੀ ਬੂਝ ਦੇ ਦਿੰਦਾ ਵੀ ਇਹ ਮਨ ਹੀ ਸਭ ਕਾਸ਼ੀ ਹੈ, ਮਨ ਹੀ ਤੀਰਥ ਹੈ, ਮਨ ਹੀ ਸਭ ਕੁਛ ਹੈ, ਸਿਮਰਤੀਆਂ ਵੀ ਮਨ ਹੀ ਹੈ। ਹੁਣ ਇਹ ਗੱਲ ਕਿੱਥੋਂ ਮਿਲੂਗੀ? ਦੁਨੀਆ ਨੇ ਤਾਂ ਇਹ ਗੱਲ ਨੂੰ ਮੰਨਣਾ ਨਹੀਂ ਹੈ। ਜੇ ਅੰਦਰ ਸਾਡੀ ਦਿਸ਼ਾ ਬਦਲ ਜੂਗੀ, ਸਤਿਗੁਰੂ ਨਾਲ ਭੇਂਟ ਹੋ ਜਾਊਗੀ, ਫੇਰ ਸਾਨੂੰ ਸਮਝ ਆਊਗੀ ਵੀ ਹਜ਼ੂਰ ਸਾਹਿਬ ਸਾਹਿਬ ਹਜ਼ੂਰ। ਨਹੀਂ ਆਉਣੀ ਹੈ। ਵਿਦਵਾਨ ਵੀ ਟਪਲਾ ਖਾਂਦੇ ਇਸੇ ਗੱਲ 'ਚ। ਆ ਪਿੱਛੇ ਜੇ ਵੀ ਗਰੁੱਪ 'ਚ ਵਿਚਾਰਾਂ ਹੋਈਆਂ ਸੀ, ਇੱਕ ਸੱਜਣ ਕਹਿ ਰਿਹਾ ਸੀ ਜੀ ਬਈ ਉਹ ਤਾਂ ਬੜੇ ਗੁਰਮੁਖ ਹੈ, ਸਾਰਾ ਪਰਿਵਾਰ ਪਾਠ ਪੜ੍ਹਦਾ ਹੈ ਔਰ ਜਪ ਕਰਦਾ ਹੈ, ਬੜੀ ਅੱਛੀ ਗੱਲ ਹੈ, ਕਰਨਾ ਚਾਹੀਦਾ। ਪਰ ਗੱਲ ਉੱਥੇ ਆ ਕੇ ਖੜ ਜਾਂਦੀ ਹੈ, ਫਿਰ ਉਹਨਾਂ ਨੂੰ ਇਹ ਸੰਗਤ ਚੰਗੀ ਨਹੀਂ ਲੱਗੀ, ਇੱਥੋਂ ਉਹ ਲੈਫਟ ਹੋ ਗਏ। ਗੱਲ ਇੱਥੋਂ ਹੀ ਚੱਲੀ ਸੀਗੀ। ਉਹ ਕਾਰਨ ਕਿਆ ਹੈ? ਸਤਿਗੁਰੂ ਦੀ ਸੰਗਤ ਹੈ ਜਿਹੜੀ ਗੁਰਬਾਣੀ ਦੀ ਵਿਚਾਰਾਂ ਵਾਲੀ, ਉਹ ਕਾਹਤੇ ਨਹੀਂ ਚੰਗੀ ਲੱਗਦੀ? ਕਿਉਂਕਿ ਉਹ ਬਾਹਰ ਤੋਂ ਜੁੜੇ ਹੋਏ, ਅੰਦਰ ਤੋਂ ਨਹੀਂ ਜੁੜੇ। ਅੰਦਰ ਤੋਂ ਉਹਨਾਂ ਦੇ ਹਾਲੇ ਬੁੱਝਣਾ ਆਇਆ ਹੀ ਨਹੀਂ ਹੈ। ਇਹ ਗੱਲ ਅਸੀਂ ਵੀ ਦੇਖੀ ਆਪਣੇ ਪ੍ਰਤੱਖ। ਇੱਕ ਪਰਿਵਾਰ ਨੇ ਘਰ ਵਿੱਚ ਸਹਿਜ ਪਾਠ ਰੱਖਿਆ ਵਾ ਸੀ। ਰੋਜ਼ ਸਾਰਾ ਪਰਿਵਾਰ ਅਰਦਾਸ ਦੇ ਟਾਈਮ ਵੀ ਖੜ੍ਹ ਕੇ ਸੇਵਾ ਖੜ੍ਹੇ ਹੁੰਦੇ ਸੀ ਔਰ ਸੇਵਾ ਵੀ ਕਰਦੇ ਸੀ, ਤੱਪੜ ਵਗੈਰਾ ਝਾੜਨੇ ਦੀ, ਪਾਠ ਵੀ ਪੜ੍ਹਾਉਂਦੇ ਸੀਗੇ ਪਾਠੀਆਂ ਤੋਂ। ਇੱਕ ਬੰਦਾ ਕਹਿੰਦਾ ਜੀ ਬਹੁਤ ਗੁਰਮੁਖ ਪਰਿਵਾਰ ਹੈ, ਬੜੀ ਸੇਵਾ ਕਰਦੇ। ਭਾਈ ਠੀਕ ਹੈ, ਉੱਪਰੋਂ ਤਾਂ ਬਿਲਕੁਲ ਲੱਗਦੇ। ਤੋ ਜਦ ਫਿਰ ਪਤਾ ਲੱਗਿਆ, ਇੱਕ ਦਿਨ ਉਹ ਲਾਗ ਇੱਕ ਟੋਭਾ ਹੈ ਸਾਡੇ, ਉੱਥੇ ਟੋਭੇ ਦੇ ਵਿੱਚ ਚਲੇ ਗਏ। ਉਹਦੀ ਮਾਨਤਾ ਕਰਦੇ ਲੋਕ ਕਾਫੀ, ਦਲੀਆ ਬਣਾ ਕੇ ਉੱਥੇ ਉਹ ਮੱਥਾ ਟੇਕਣ ਚਲੇ ਗਏ। ਤੋ ਦੱਸ ਰਹੇ ਨੇ ਫਿਰ ਉਹ ਜਿਹੜਾ ਬੰਦਾ ਕਹਿੰਦਾ ਸੀ ਨਾ ਵੀ ਗੁਰਮੁਖ ਪਰਿਵਾਰ ਹੈ, ਪਤਾ ਲੱਗ ਗਿਆ ਸੀਗਾ। ਮੈਂ ਉਹਨੂੰ ਲੈ ਕੇ ਚਲਾ ਗਿਆ ਸਕੂਟਰ 'ਤੇ। ਮੈਂ ਕਿਹਾ ਆਓ ਜੀ ਤੁਹਾਨੂੰ ਗੁਰਮੁਖਤਾਈ ਦੇ ਦਰਸ਼ਨ ਕਰਾਈਏ। ਉਹ ਜਦੋਂ ਉੱਥੇ ਜਾ ਕੇ ਟੱਲ ਖੜਕਾਇਆ ਮੰਦਿਰ ਦੇ ਵਿੱਚ ਔਰ ਦਲੀਆ ਚੜਾਇਆ, ਮੈਂ ਕਿਹਾ ਜੀ ਇਹ ਗੁਰਮੁਖਤਾਈ ਹੈ। ਕਹਿੰਦਾ ਇਹ ਨਹੀਂ ਗੁਰਮੁਖਤਾਈ ਹੈ। ਮੈਂ ਕਿਹਾ ਫਿਰ ਇਹੀ ਅੰਤਰ ਹੈ। ਗੁਰਮੁਖ ਔਰ ਮਨਮੁਖ 'ਚ ਇਹੀ ਅੰਤਰ ਹੈ ਵੀ ਮਨਮੁਖ ਦੇਖਾ ਦੇਖੀ ਸਭ ਕਰੇ, ਮਨਮੁਖ ਬੂਝ ਨਾ ਪਾਏ। ਉਹਨੂੰ ਬੂਝਣਾ ਨਹੀਂ ਆਉਂਦਾ, ਕਰਦਾ ਉਹ ਸਭ ਕੁਛ ਹੈ, ਗੁਰਮੁਖਾਂ ਵਾਲੇ ਲੱਛਣ ਕਰਦਾ। ਪਿਰ ਪਰਦੇਸ ਸ਼ਿੰਗਾਰ ਬਣਾਏ, ਮਨਮੁਖ ਅੰਧ ਐਸੇ ਕਰਮ ਕਮਾਏ। ਵਿਦੇਸ਼ ਵਿੱਚ ਪਤੀ ਬੈਠਾ ਹੈ, ਔਰਤ ਵਿਵਚਾਰ ਕਰਨ ਖਾਤਰ ਉਰੇ ਸ਼ਿੰਗਾਰ ਕਰਦੀ ਹੈ, ਰੱਬ ਪਤੀ ਯਾਦ ਨਹੀਂ। ਇਸੇ ਤਰ੍ਹਾਂ ਜਿਹੜਾ ਸਾਡਾ ਇੱਕ ਫਿਰਕਾ ਖਾਸ ਕਿਸਮ ਦਾ, ਆਪਾਂ ਉਹਨਾਂ ਨੂੰ ਸਾਧੂ ਗਿਣਦੇ ਹਾਂ, ਸੰਤ ਗਿਣਦੇ ਹਾਂ। ਜੇ ਰੱਬ ਅੰਦਰ ਪ੍ਰਗਟ ਨਹੀਂ ਹੋਇਆ, ਬਾਹਰੋਂ ਹੀ ਸ਼ਿੰਗਾਰ ਬਣਾਇਆ ਹੋਇਆ ਹੈ, ਲਿਬਾਸ ਪਾਇਆ ਹੋਇਆ, ਤਾਂ ਦੇਖ ਲਓ ਗੁਰਬਾਣੀ ਦਾ ਕਿਆ ਬਚਨ ਹੈ। ਫਿਰ ਪਰਦੇਸ ਸ਼ਿੰਗਾਰ ਬਣਾਏ, ਮਨਮੁਖ ਅੰਧ ਐਸੇ ਕਰਮ ਕਮਾਏ। ਇੱਕ ਵਾਰ ਦੱਸ ਰਹੇ ਨੇ ਇਹੀ ਜੀ ਵਿਆਖਿਆ ਕਰੀ ਸੀ। ਇੱਕ ਚੰਗਾ ਪੁਰਸ਼ ਬਾਅਦ ਵਿੱਚ ਜਦੋਂ ਲੰਗਰ ਛਕਣ ਲੱਗੇ, ਉਹ ਕੋਲ ਆ ਕੇ ਬੈਠ ਕੇ ਕਹਿੰਦਾ ਡਾਕਟਰ ਸਾਹਿਬ ਬਾਣੀ ਪੜ੍ਹਨੇ ਵਾਲੇ ਮਨਮੁਖ ਵੀ ਹੋ ਸਕਦੇ। ਮੈਂ ਕਿਹਾ ਜੀ ਸ਼ੰਕਾ ਕਿਆ ਹੈ? ਕਹਿੰਦਾ ਨਹੀਂ, ਗੁਰੂ ਨਾਨਕ ਸਾਹਿਬ ਦੀ ਬਾਣੀ ਵਾਲੇ। ਮੈਂ ਕਿਹਾ ਭਾਈ ਹੋਣੇ ਨਹੀਂ ਚਾਹੀਦੇ, ਇਹ ਗੱਲ ਠੀਕ ਹੈ, ਬਾਣੀ ਪੜ੍ਹ ਕੇ ਤਾਂ ਸਾਡਾ ਮਨ ਪਵਿੱਤਰ ਹੁੰਦਾ, ਸਾਨੂੰ ਦਿਸ਼ਾ ਬਦਲਣੀਆਂ ਚਾਹੀਦੀਆਂ, ਬਾਣੀ ਗੁਰੂ ਹੈ। ਪਰ ਜੇ ਨਹੀਂ ਬਦਲੀ ਹੋਈ ਅਜੇ, ਫਿਰ ਉਹਨੂੰ ਗੁਰਬਾਣੀ ਕਿਆ ਕਹਿੰਦੀ ਹੈ? ਪਾਠ ਪੜ੍ਹੈ ਨਹਿ ਬੂਝਈ, ਭੇਖੀ ਭਰਮ ਭੁਲਾਏ। ਮੂਰਖ ਪੜ੍ਹੈ ਸ਼ਬਦ ਨਾ ਬੁੱਝੈ, ਗੁਰਮੁਖ ਏਕੋ ਜਾਤਾ ਹੈ। ਇੱਕ ਦੀ ਗੱਲ ਸਾਨੂੰ ਸਮਝ ਨਹੀਂ ਆਉਂਦੀ, ਮਨ ਸਾਡਾ ਇੱਕ ਵੀ ਜੁੜਦਾ ਨਹੀਂ, ਬੁੱਝਣਾ ਆਉਂਦਾ ਨਹੀਂ। ਫਿਰ ਦੱਸੋ ਅਸੀਂ ਆਪਣੇ ਕੋਲੋਂ ਥੋੜ੍ਹੀ ਕੋਈ ਗੱਲ ਕਹਿ ਰਹੇ। ਸਾਡਾ ਮਨ ਤਾਂ ਦੁਨਿਆਵੀ ਹੈ, ਤ੍ਰੈ ਗੁਣਾ 'ਚ ਹੈ, ਪਰ ਗੁਰੂ ਸਾਹਿਬ ਚੌਥੇ ਪਦ 'ਚੋਂ ਇਹ ਗੱਲ ਕਹਿ ਰਹੇ। ਉਹ ਗੱਲ ਸਾਨੂੰ ਮੰਨਣੀ ਬਣਦੀ। ਮੂਰਖ ਪੜ੍ਹੈ ਸ਼ਬਦ ਨਾ ਬੁੱਝੈ, ਗੁਰਮੁਖ ਵਿਰਲੇ ਜਾਤਾ ਹੈ। ਇਹ ਠੀਕ ਹੈ ਵੀ ਬੁੱਝਣੇ ਤੋਂ ਪਹਿਲੀ ਅਵਸਥਾ ਜਿਹੜੀ ਉਹ ਪੜ੍ਹਨਾ ਹੈ, ਸੁਣਨਾ ਹੈ। ਪੜ੍ਹਨਾ ਸੁਣਨਾ ਚਾਹੀਦਾ, ਸੰਗਤ ਕਰਨੀ ਚਾਹੀਦੀ ਹੈ, ਉੱਥੋਂ ਹੀ ਇਹ ਚੀਜ਼ ਪ੍ਰਾਪਤ ਹੋਣੀ ਹੈ, ਬੁੱਝਣਾ। ਪਰ ਉਹ ਬਹੁਤ ਵਿਰਲੇ ਨੂੰ ਹੁੰਦੀ ਹੈ। ਇਹ ਆਪਣੇ ਵੱਸ ਦੀ ਗੱਲ ਨਹੀਂ ਵੀ ਆਪਾਂ। ਪਹਿਲੀ ਗੱਲ ਤਾਂ ਸੰਗਤ ਵਿੱਚ ਜਾਣਾ ਵੀ ਗੁਰੂ ਦੀ ਬਖਸ਼ਿਸ਼ ਹੈ, ਨਹੀਂ ਤਾਂ ਬੰਦਾ ਜਾਂਦਾ ਹੀ ਨਹੀਂ। ਬਾਹਰ ਬੈਠੇ ਜਰਦਾ ਮਲੀ ਜਾਣਗੇ, ਸਗੋਂ ਟਾਂਕਣ ਕਰਨਗੇ ਗੁਰਦੁਆਰੇ ਸਾਹਿਬ ਜਾਣੇ ਵਾਲਿਆਂ ਤੇ। ਪਰ ਚਲੋ ਜੇ ਚਲੇ ਵੀ ਗਿਆ, ਚੰਗੇ ਕਰਮ ਹੈ। ਫਿਰ ਅਤੀ ਚੰਗੇ ਤਾਂ ਬਣਨੇ ਆ ਜੇ ਬੁੱਝਣਾ ਆ ਜਾਵੇ। ਉਹ ਬੁੱਝਣਾ ਆਊਗਾ ਜੇ ਗੁਰੂ ਦੀ ਮਿਹਰ ਹੋ ਜਾਏ, ਸ਼ਬਦ ਦੀ ਮਿਹਰ ਹੋ ਜਾਏ। ਜਿੰਨਾ ਚਿਰ ਸ਼ਬਦ ਸਾਡੇ ਉੱਤੇ ਮਿਹਰ ਨਹੀਂ ਕਰਦਾ, ਵਰਸਦਾ ਨਹੀਂ ਹੈ, ਪੜ੍ਹਨਾ ਸੁਣਨਾ ਹੀ ਨਾ ਪੱਲੇ ਰਹਿ ਜਾਏ ਕਿਤੇ। ਇਹ ਵਿਚਾਰ ਹੈ ਗੁਰਬਾਣੀ। ਜਿੰਨਾ ਚਿਰ ਅੰਦਰ ਉਲਟਦਾ ਨਹੀਂ ਸਾਡਾ, ਸਤਿਗੁਰ ਮਿਲੇ ਉਲਟੀ ਪਈ ਭਾਈ, ਜੀਵਤ ਮਰੈ ਤਾਂ ਬੂਝ ਪਾਏ। ਦਸ਼ਾ ਤਾਂ ਸਾਡੀ ਬਹੁਤ ਲੋਕਾਂ ਦੀ ਠੀਕ ਹੈ, ਲੱਖਾਂ ਦੀ ਗਿਣਤੀ 'ਚ, ਦਿਸ਼ਾ ਨਹੀਂ ਠੀਕ ਹੈ। ਤੇ ਜਿਹੜਾ ਅਜੇ ਨਗ ਪਾਉਣ ਲੱਗਿਆ ਹੋਇਆ ਜੋਤਸ਼ੀਆਂ ਦੇ, ਮੜੀਆਂ ਮਸਾਣੀਆਂ ਪਰ ਦੀਵੇ ਬਾਲਦਾ ਫਿਰਦਾ ਹੈ, ਭਾਵੇਂ ਬਾਹਰ ਤੋਂ ਪੂਰਾ ਕਕਾਰੀ ਵੀ ਲੱਗਦਾ ਹੋਵੇ, ਨਜ਼ਰ ਆਉਂਦਾ ਹੋਵੇ,
ਤੁਸੀਂ ਦੇਖ ਲਓ ਵੀ ਗੁਰਬਾਣੀ ਕਿਆ ਗਰਦਾਨ ਦੀ ਹੈ। ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਏ। ਗੁਰਬਾਣੀ ਤਾਂ ਇਸ ਤਰ੍ਹਾਂ ਫਰਮਾਉਂਦੀ ਹੈ। ਸਾਡੀ ਆਪਣੀ ਮੱਤ ਹੁੰਦੀ ਹੈ ਵੀ ਆਪਾਂ ਬਾਹਰਲਾ ਲਿਵਾਸ ਦੇ ਕੇ ਕਹਿ ਦਿੰਦੇ ਵੀ ਬੜਾ ਸਾਧੂ ਪੂਰਾ ਹੈ। ਉਹ ਗੱਲ ਉਹੀ ਹੈ ਵੀ ਦੇਖਾ ਦੇਖੀ ਸਭ ਕਰੇ, ਮਨਮੁਖ ਬੂਝ ਨਾ ਪਾਏ। ਬੁੱਝਣਾ ਨਹੀਂ ਆਉਂਦਾ। ਸੰਤ ਦੇ ਔਰ ਦੁਨੀਆ ਦੇ ਵਿਚਾਲੇ ਬੁੱਝਣਾ ਖੜਾ ਹੈ। ਪੜ੍ਹਿਆ ਨਹੀਂ ਭੇਦ, ਬੁੱਝਿਆ ਪਾਵਣਾ। ਕੱਲੀ ਪੜ੍ਹਾਈ ਨਾਲ ਨਹੀਂ ਭੇਦ ਨੇ ਆਉਣਾ, ਬੁੱਝਣਾ ਹੈ। ਹੁਣ ਇਹਦਾ ਮਤਲਬ ਇਹ ਵੀ ਨਾ ਸਮਝ ਲਿਓ ਵੀ ਪੜ੍ਹਨਾ ਨਹੀਂ ਹੈ, ਕਿਉਂਕਿ ਸਾਡੀ ਬੁੱਧੀ ਇੱਕ ਪਾਸੇ ਨੂੰ ਹੈ। ਪੜ੍ਹਨਾ ਹੈਗਾ, ਜ਼ਰੂਰੀ ਹੈ। ਪੜ੍ਹ ਕੇ, ਸੁਣ ਕੇ, ਵਿਚਾਰ ਕਰਕੇ ਫਿਰ ਉਹਨੂੰ ਅੰਦਰ ਵਸਾ ਕੇ ਬੁੱਝਣਾ ਵੀ ਹੈ। ਉਹ ਅਗਲੀ ਸਟੇਜ ਹੈ ਫਿਰ। ਸੋ ਗੁਰਬਾਣੀ ਨੇ ਤਾਂ ਸਾਰੀਆਂ ਸਟੇਜਾਂ ਬਿਆਨ ਕਰੀਆਂ ਹੋਈਆਂ ਬੰਦੇ ਦੀਆਂ। ਜਿੱਥੇ ਜਿੱਥੇ ਵੀ ਕੋਈ ਖੜਾ ਹੈ ਉਹਨੂੰ ਉਸੇ ਤਰ੍ਹਾਂ ਦਾ ਉਪਦੇਸ਼ ਕਰਿਆ ਹੋਇਆ ਹੈ। ਜੇ ਸਾਡੀ ਸਮਝ ਆ ਜੇ ਤਾਂ, ਨਹੀਂ ਫਿਰ ਅਸੀਂ ਇੱਕ ਪਾਸੜ ਹੋ ਕੇ ਗੱਲ ਸੋਚਦੇ ਹਾਂ। ਵਰਤ ਨੇਮ ਨਿਤਾ ਪ੍ਰਤ ਪੂਜਾ, ਬਿਨ ਬੂਝੇ ਸਭ ਭਾਉ ਹੈ ਦੂਜਾ। ਵਰਤ ਰੱਖਣੇ, ਨੇਮ ਕਰਨੇ, ਨਿਤਾ ਪ੍ਰਤੀ ਪੂਜਾ ਕਰਨੀ, ਬਿਨਾਂ ਬੁੱਝੇ ਤੋਂ ਦੂਜਾ ਭਾਉ ਹੈ। ਸਾਰੇ ਦੂਜੇ ਭਾਉ 'ਚ ਹੋ ਰਿਹਾ। ਜਿੰਨਾ ਚਿਰ ਬੁੱਝਣਾ ਔਰ ਏਕਾ ਭਾਉ ਦਾ ਨਹੀਂ ਪਤਾ ਲੱਗਦਾ, ਬੰਦੇ ਦੀ ਜਿਹੜੀ ਦਿਸ਼ਾ ਹੈ ਉਹ ਨਹੀਂ ਬਦਲ ਸਕਦੀ। ਦਿਸ਼ਾ ਬਦਲਣੀ ਬਹੁਤ ਜ਼ਰੂਰੀ ਹੈ। ਦਸ਼ਾ ਸਾਰੇ ਲੋਕ ਬਦਲਾ ਲੈਂਦੇ। ਦਸ਼ਾ ਵੀ ਚੰਗੀ ਗੱਲ ਹੈ, ਇਹ ਨਹੀਂ ਹੈ ਵੀ ਦਸ਼ਾ ਬੁਰੀ ਗੱਲ ਹੈ, ਆਮ ਨਾਲੋਂ ਚੰਗੀ ਗੱਲ ਹੈ। ਪਰ ਜਿੰਨਾ ਚਿਰ ਦਿਸ਼ਾ ਨਹੀਂ ਬਦਲਦੀ ਬੰਦੇ ਦੀ, ਉਨਾ ਚਿਰ ਉਹ ਬੰਦਾ ਸੰਤ ਕਿਵੇਂ ਬਣ ਜੂ। ਗੁਰਬਾਣੀ ਨਹੀਂ ਮੰਨਦੀ ਇਸ ਬਾਤ ਨੂੰ। ਲੋਕ ਭਾਵੇਂ ਮੰਨਦੇ ਹੋਵੇ, ਲੋਕਾਂ ਦੀਆਂ ਬਾਤਾਂ ਹੋਰ ਹੈ। ਬ੍ਰਹਮ ਗਿਆਨੀ ਕੀ ਕੀਮਤ ਨਾ ਹੈ। ਬ੍ਰਹਮ ਗਿਆਨੀ ਦੀ ਕੋਈ ਕੀਮਤ ਨਹੀਂ ਹੈ। ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ। ਬ੍ਰਹਮ ਗਿਆਨੀ ਦੇ ਸਭ ਕੁਝ ਮਨ ਵਿੱਚ ਹੀ ਹੁੰਦਾ ਹੈ। ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ। ਬ੍ਰਹਮ ਗਿਆਨੀ ਦਾ ਕੋਈ ਨਹੀਂ ਭੇਦ ਜਾਣ ਸਕਦਾ। ਬ੍ਰਹਮ ਗਿਆਨੀ ਕੋ ਸਦਾ ਆਦੇਸ਼। ਉਹਨੂੰ ਹਮੇਸ਼ਾ ਹੀ ਨਮਸਕਾਰ ਹੈ ਬ੍ਰਹਮ ਗਿਆਨੀ ਨੂੰ। ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅੱਧਾ ਅੱਖਰ। ਬ੍ਰਹਮ ਗਿਆਨੀ ਦਾ ਅੱਧਾ ਅੱਖਰ ਵੀ ਨਹੀਂ ਕਿਹਾ ਜਾ ਸਕਦਾ। ਬ੍ਰਹਮ ਗਿਆਨੀ ਸਰਬ ਕਾ ਠਾਕੁਰ। ਸਾਰੀ ਸ੍ਰਿਸ਼ਟੀ ਦਾ ਠਾਕੁਰ ਹੁੰਦਾ ਬ੍ਰਹਮ ਗਿਆਨੀ। ਬ੍ਰਹਮ ਗਿਆਨੀ ਕੀ ਮਿਤ ਕੌਣ ਵਖਾਨੈ। ਬ੍ਰਹਮ ਗਿਆਨੀ ਦੀ ਮਿਤੀ ਨੂੰ, ਅੰਦਾਜ਼ੇ ਨੂੰ, ਨਾਪ ਤੋਲ ਨੂੰ ਕੋਈ ਨਹੀਂ ਵਖਾਣ ਕਰ ਸਕਦਾ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਜੇ ਕੋਈ ਦੂਜਾ ਬ੍ਰਹਮ ਗਿਆਨੀ ਹੋਵੇ ਉਹ ਜਾਣ ਸਕਦਾ ਹੈ। ਬ੍ਰਹਮ ਗਿਆਨੀ ਕਾ ਅੰਤ ਨਾ ਪਾਰ। ਬ੍ਰਹਮ ਗਿਆਨੀ ਦਾ ਕੋਈ ਅੰਤ ਪਾਰ ਨਹੀਂ ਹੁੰਦਾ, ਨਾ ਉਰਲਾ ਸਿਰਾ ਨਾ ਪਰਲਾ ਸਿਰਾ। ਉਹਨੂੰ ਕੋਈ ਨਹੀਂ ਸਮਝ ਸਕਦਾ। ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ। ਹਮੇਸ਼ਾ ਉਹਨੂੰ ਨਮਸਕਾਰ ਬਣਦੀ ਹੈ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਸਾਧ ਸੰਗਤ ਜੀਓ, ਇਹਨਾਂ ਤੁਕਾਂ ਤੋਂ ਭੁਲੇਖਾ ਪੈਂਦਾ ਹੈ ਵੀ ਬ੍ਰਹਮ ਗਿਆਨੀ ਰੱਬ ਹੁੰਦਾ ਹੈ ਜਿਹੜਾ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ। ਇਸ ਤਰ੍ਹਾਂ ਦੀ ਬਾਤ ਸਮਗਰਤਾ ਵਿੱਚ ਨਹੀਂ ਹੈ ਗੁਰਬਾਣੀ ਦੇ ਵਿੱਚ। ਬ੍ਰਹਮ ਗਿਆਨੀ ਨੂੰ ਬਹੁਤ ਉੱਚਾ ਰੁਤਬਾ ਬ੍ਰਹਮ ਦੇ ਬਰਾਬਰ, ਪਰਮਾਤਮਾ ਦੇ ਬਰਾਬਰ ਦਿੱਤਾ ਗਿਆ। ਪਰਮ ਪਦ ਦਾ ਲਖਾਇਕ ਹੁੰਦਾ ਬ੍ਰਹਮ ਗਿਆਨੀ। ਪਰਮਾਤਮਾ ਦੇ ਨਾਲ ਇੱਕਮਿਕ ਹੁੰਦਾ। ਉਹ ਜੋ ਵੀ ਕੁਛ ਕਰਦਾ ਹੈ ਉਹ ਪਰਮਾਤਮਾ ਦੇ, ਬ੍ਰਹਮ ਦੇ ਬਿਹਾਫ 'ਤੇ ਕਰਦਾ। ਇਸ ਕਰਕੇ ਉਹ ਪਰਮਾਤਮਾ ਹੁੰਦਾ। ਉਹਦੇ ਅੰਦਰ ਪਰਮਾਤਮਾ ਪ੍ਰਗਟ ਹੁੰਦਾ ਹੈ। ਰੱਬ ਸਭ ਦੇ ਅੰਦਰ ਹੈ। ਜਿੰਦ ਨਿਰਜਿੰਦ ਸਭ ਦੇ ਅੰਦਰ, ਪਸ਼ੂ ਪੰਛੀ, ਚੰਦ ਸੂਰਜ, ਅਗਨ ਪਾਣੀ ਹਵਾ ਸਭ, ਪਰ ਪ੍ਰਗਟ ਕੇਵਲ ਉਹਦੇ ਅੰਦਰ ਹੁੰਦਾ ਜਿਹੜਾ ਸੰਤ ਜਾਂ ਬ੍ਰਹਮ ਗਿਆਨੀ ਹੁੰਦਾ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ। ਇਸੇ ਕਰਕੇ ਬ੍ਰਹਮ ਗਿਆਨੀ ਨੂੰ ਸਾਰੀ ਸ੍ਰਿਸ਼ਟੀ ਦਾ ਕਰਤਾ ਮੰਨਿਆ ਜਾਂਦਾ। ਹੁਣ ਇਹ ਗੱਲ ਕਹਿਣ ਵਿੱਚ ਥੋੜ੍ਹੀ ਜਿਹੀ ਅਟਪਟੀ ਲੱਗਦੀ ਹੈ। ਇਸੇ ਕਰਕੇ ਭੁਲੇਖਾ ਪੈਂਦਾ ਸਾਡੇ ਕਈ ਸਿੱਖ ਵੀਰਾਂ ਨੂੰ ਵੀ ਸ਼ਾਇਦ ਰੱਬ ਖਾਤਰੇ ਬ੍ਰਹਮ ਗਿਆਨੀ ਆਉਂਦਾ ਹੋਣਾ। ਇਸ ਤਰ੍ਹਾਂ ਦੀ ਬਾਤ ਨਹੀਂ ਹੈ ਸਾਧ ਸੰਗਤ ਜੀ। ਬ੍ਰਹਮ ਗਿਆਨੀ ਏਕ ਉੱਪਰ ਆਸ। ਕੱਲ ਪੜ੍ਹਿਆ ਆਪਾਂ ਨੇ, ਇੱਕ ਦੇ ਉੱਪਰ ਆਸ਼ਾ ਹੁੰਦੀ ਹੈ ਬ੍ਰਹਮ ਗਿਆਨੀ ਦੀ। ਤੋ ਰੱਬ ਦੀ ਤਾਂ ਗਾਂ ਕਿਸੇ ਹੋਰ ਰੱਬ ਪਰ ਕੋਈ ਆਸ਼ਾ ਨਹੀਂ। ਰੱਬ ਤਾਂ ਇੱਕੋ ਇੱਕ ਹੈ। ਕੋਟਨ ਮੈਂ ਨਾਨਕ ਕਉ ਨਾਰਾਇਣ ਜੇ ਚੀਤ। ਉਹ ਕਰੋੜਾਂ 'ਚੋਂ, ਵਿਰਲਿਆਂ 'ਚੋਂ ਵੀ ਵਿਰਲਾ ਹੁੰਦਾ ਜਿਹੜਾ ਬ੍ਰਹਮ ਗਿਆਨੀ ਹੁੰਦਾ। ਰੱਬ ਤਾਂ ਇੱਕੋ ਇੱਕ ਹੈ, ਉਹ ਵਿਰਲਾ ਥੋੜ੍ਹੀ ਹੈ। ਇਸ ਯੁੱਗ ਮੈਂ ਕੋ ਵਿਰਲਾ ਬ੍ਰਹਮ ਗਿਆਨੀ, ਜੇ ਹਉਮੈ ਮੇਟ ਸਮਾਏ।
ਇਸ ਜਗਤ ਦੇ ਵਿੱਚ ਕੋਈ ਵਿਰਲਾ ਹੀ ਬ੍ਰਹਮ ਗਿਆਨੀ ਹੈ ਜਿਹੜੀ ਆਪਣੀ ਹਉਮੈ ਨੂੰ ਮਿਟਾ ਕੇ ਉਹਦੇ ਨਾਲ ਇੱਕਮਿਕ ਹੋ ਜਾਂਦਾ। ਤਾਂ ਭਾਈ ਫਿਰ ਬ੍ਰਹਮ ਗਿਆਨੀ ਰੱਬ ਕਿਵੇਂ ਹੋਇਆ? ਸਮਗਰਤਾ ਸਾਹਮਣੇ ਰੱਖਣੀ ਪੈਣੀ ਹੈ। ਜਿਹੜੇ ਸਾਡੇ ਕੁਛ ਵਿਦਵਾਨ ਇੱਕ ਦੋ ਤੁਕਾਂ ਨੂੰ ਲੈ ਕੇ ਜਾਂ ਇੱਕ ਸ਼ਬਦ ਨੂੰ ਲੈ ਕੇ ਵਿਆਖਿਆ ਕਰਦੇ ਆ, ਫਿਰ ਉਹ ਗੱਲ ਲੌਪਸਾਈਡਡ ਹੋ ਜਾਂਦੀ ਹੈ, ਉਹ ਸਮਗਰਤਾ ਦੇ ਸਿਧਾਂਤ ਪਰ ਪੂਰੀ ਨਹੀਂ ਉਤਰਦੀ। ਬ੍ਰਹਮ ਗਿਆਨੀ ਪਰਮਾਤਮਾ ਵਾਸਤੇ ਕਿਤੇ ਨਹੀਂ ਆਉਂਦਾ ਗੁਰਬਾਣੀ 'ਚ, ਉਸ ਮਹਾਂਪੁਰਸ਼ ਖਾਤਰ ਆਉਂਦਾ ਜਿਹੜਾ ਪਰਮ ਪਦ ਦਾ ਲਿਖਾਇਕ ਹੋਵੇ। ਸੰਤ ਚੌਥੇ ਪਦ ਦਾ ਲਿਖਾਇਕ ਹੁੰਦਾ, ਪਰਮ ਪਦ ਦਾ ਲਿਖਾਇਕ ਬ੍ਰਹਮ ਗਿਆਨੀ ਹੁੰਦਾ। ਦੋਹਾਂ ਦੇ ਵਿੱਚ ਥੋੜ੍ਹਾ ਜਿਹਾ ਸਟਲ ਜਿਹਾ ਭੇਦ ਹੈ, ਹਾਲਾਂਕਿ ਗੁਰਬਾਣੀ ਦੋਹਾਂ ਅਵਸਥਾ 'ਚ ਉਚਾਰੀ ਗਈ ਹੈ। ਕਹੇ ਕਬੀਰ ਹਮਰਾ ਗੋਬਿੰਦ ਚੌਥੇ ਪਦ ਮੈਂ ਜਨ ਕੀ ਜਿੰਦ। ਕਬੀਰ ਜੀ ਨੂੰ ਜਦੋਂ ਹਾਥੀ ਦੇ ਪੈਰਾਂ ਹੇਠ ਛਡਾਇਆ, ਗੰਗਾ ਦੀਆਂ ਲਹਿਰਾਂ ਤੋਂ ਬਾਹਰ ਕੱਢਿਆ, ਉਹ ਕਬੀਰ ਜੀ ਦੀ ਉਹ ਅਵਸਥਾ ਚੌਥੇ ਪਦ ਦੀ ਉਹ ਆਪੇ ਬਿਆਨ ਕਰ ਰਹੇ, ਕਿਉਂਕਿ ਉਹਨਾਂ ਨੇ ਪਰਮਾਤਮਾ ਨੂੰ ਬੇਨਤੀਆਂ ਕਰੀਆਂ, ਅਰਦਾਸਾਂ ਜੋਦੜੀਆਂ ਕਰੀਆਂ। ਨਾਮਦੇਵ ਬਾਬਾ ਜੀ ਨੇ ਵੀ ਕਰੀਆਂ, ਸਦਨਾਂ ਨੇ ਵੀ ਕਰੀਆਂ, ਔਰ ਪਰਮਾਤਮਾ ਨੂੰ ਆਉਣਾ ਪਿਆ, ਕਿਉਂਕਿ ਮਾਂ ਔਰ ਪੁੱਤ ਦਾ ਰਿਸ਼ਤਾ ਹੁੰਦਾ ਹੈ ਪਰਮਾਤਮਾ ਦਾ ਆਪਣੇ ਭਗਤ ਨਾਲ, ਉਹਨੂੰ ਆਉਣਾ ਪੈਂਦਾ। ਤੋ ਸਾਧ ਸੰਗਤ ਜੀਓ, ਬਾਬਾ ਰਵਿਦਾਸ ਜੀ ਨੇ ਤਾਂ ਇਸ ਤੋਂ ਵੀ ਅਗਲੀ ਗੱਲ ਕਹੀ ਹੈ। ਦੇਖੋ, ਮੇਰੀ ਬੰਦੀ ਭਗਤ ਛਡਾਵੇ, ਬੰਦ ਹੈ ਭਗਤ ਨਾ ਛੁੱਟੈ ਮੋਹ। ਮੇਰੀ ਕਰੀ ਹੋਈ ਨੂੰ, ਪਰਮਾਤਮਾ ਦੀ ਕਰੀ ਹੋਈ ਨੂੰ ਤਾਂ ਭਗਤ ਬੰਧਨ ਕੱਟ ਕੇ ਉਹਦੇ ਕੋਲ ਪਹੁੰਚ ਜਾਂਦਾ, ਉਹਦੀ ਮਾਇਆ ਨੂੰ ਤੋੜ ਦਿੰਦਾ। ਪਰ ਪਰਮਾਤਮਾ ਵੱਲੋਂ ਭਗਤ ਰਵਿਦਾਸ ਜੀ ਉਚਾਰਦੇ ਵੀ ਜੇ ਮੇਰੀ ਕਰੀ ਨੂੰ ਤਾਂ ਭਗਤ ਤੋੜ ਦਿੰਦਾ, ਪਰ ਜੇ ਕੋਈ ਭਗਤ ਮੈਨੂੰ ਸਵਾਲ ਪਾ ਦੇਵੇ ਫਿਰ ਮੇਰੇ ਕੋਲ ਕੋਈ ਜਵਾਬ ਨਹੀਂ, ਮੈਨੂੰ ਤਾਂ ਉਹ ਕਰਨਾ ਹੀ ਪੈਂਦਾ। ਆਈ ਮਸਟ ਡੂ ਦੈਟ। ਜੋ ਇੱਕ ਸਮੇਂ ਮੋਹ ਕੋ ਗਏ ਬੰਦ ਹੈ, ਤੋ ਫਿਰ ਮੋਹ ਪੈ ਜਵਾਬ ਨਾ ਹੋਏ। ਜੇ ਭਗਤ ਮੈਨੂੰ ਕੋਈ ਗੱਲ ਕਹਿ ਦੇਵੇ, ਮੈਨੂੰ ਤਾਂ ਉਹ ਕਰਨੀ ਪੈਂਦੀ ਹੈ। ਇਹ ਪਰਮਾਤਮਾ ਵੱਲੋਂ ਬਾਬਾ ਰਵਿਦਾਸ ਜੀ ਦਾ ਬਚਨ ਹੈ। ਸੋ ਭਗਤ ਜਿਹੜਾ ਚੌਥੇ ਪਦ ਤੋਂ ਵੀ ਉੱਪਰ ਨਿਕਲ ਗਿਆ, ਪਰਮ ਪਦ 'ਚ ਪਹੁੰਚ ਗਿਆ, ਉਹਦੀ ਅਵਸਥਾ ਪਰਮਾਤਮਈ ਹੈ, ਉਹ ਪਰਮਾਤਮਾ ਹੈ। ਉਹ ਦੂਜੇ ਸ਼ਬਦਾਂ 'ਚ ਆਪਾਂ ਉਹਨੂੰ ਪਰਮਾਤਮਾ ਕਹਿੰਦੇ। ਹਾਲਾਂਕਿ ਜਿਹੜੇ ਇਸ ਅਵਸਥਾ 'ਚ ਗਏ ਉਹਨਾਂ ਨੇ ਆਪਣੇ ਆਪ ਨੂੰ ਬਹੁਤ ਨੈਗੇਟਿਵ ਵਿਸ਼ੇਸ਼ਣਾਂ ਨਾਲ ਸੰਬੋਧਨ ਕਰਿਆ, ਨੀਚ ਵੀ ਕਿਹਾ, ਲੂਣ ਹਰਾਮੀ ਵੀ ਕਿਹਾ, ਅਕਿਰਤ ਘਣ ਵੀ ਕਿਹਾ। ਉਹ ਉਹਨਾਂ ਦੀ ਨਿਰਮਾਣਤਾ ਹੈ, ਹੁੰਦੇ ਉਹ ਪਰਮਾਤਮਈ ਹੈ। ਇਸ ਕਰਕੇ ਇਹ ਤੋਂ ਟਪਲਾ ਨਹੀਂ ਖਾਣਾ ਕਦੇ ਵੀ ਇਹਨਾਂ ਤੁਕਾਂ ਤੋਂ। ਸਿੱਧ ਗੋਸ਼ਟ ਵਿੱਚ ਇੱਕ ਵਚਨ ਹੈ, ਜੋ ਜਨ ਨਾਮ ਨਿਰੰਜਨ ਰਾਤਾ, ਨਾਨਕ ਸੋਈ ਪੁਰਖ ਵਿਧਾਤਾ। ਉਹੀ ਪੁਰਖ ਵਿਧਾਤਾ ਬਣ ਜਾਂਦਾ ਜਿਹੜਾ ਨਾਮ ਦੇ ਨਾਲ ਜੁੜ ਜਾਂਦਾ, ਨਿਰੰਜਨ ਦੇ ਨਾਮ ਦੇ ਨਾਲ। ਹੁਣ ਅੱਗੇ ਚੱਲ ਕੇ ਆਉਣਾ ਵੀ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਹੁੰਦਾ। ਇੱਥੇ ਫੇਰ ਟਪਲਾ ਪੈਂਦਾ ਵੀ ਪ੍ਰੋਵੀਡੈਂਸ ਬੇਮਾਤਾ ਕਹਿੰਦੇ ਜਿਹਨੂੰ ਲੋਕ ਸਾਡੇ ਹਿੰਦੂ ਵੀਰ, ਜਾਂ ਆਪਾਂ ਉਹਨੂੰ ਪਰਮਾਤਮਾ ਕਹਿੰਦੇ ਹਾਂ, ਵੀ ਉਹ ਲੇਖ ਲਿਖਦੀ ਹੈ, ਉਹ ਵਿਧਾਤਾ ਹੈ। ਤੋ ਜਿਹੜਾ ਮਹਾਂਪੁਰਸ਼ ਨਾਮ ਨਾਲ ਜੁੜ ਕੇ ਪਰਮਾਤਮਾ ਨੂੰ ਪਾ ਗਿਆ, ਉਹ ਵੀ ਪੂਰਨ ਪੁਰਖ ਵਿਧਾਤਾ ਬਣ ਜਾਂਦਾ। ਇਹ ਟਪਲਾ ਨਹੀਂ ਖਾਣਾ ਕਦੇ ਵੀ। ਇਹੋ ਜਿਹੀਆਂ ਵਿਚਾਰਾਂ ਨੈੱਟ ਪਰ ਫਿਰਦੀਆਂ ਰਹਿੰਦੀਆਂ, ਆਮ ਸੁਣਨ ਵਿੱਚ ਆਉਂਦੀਆਂ। ਕਈ ਚੰਗੇ ਲੱਗਦੇ, ਸੱਜਦੇ ਪੁੱਜਦੇ ਗੁਰਸਿੱਖ ਵੀ ਇਹੋ ਜਿਹੀਆਂ ਵਿਚਾਰਾਂ ਕਰਦੇ ਆ, ਪਰ ਉਹ ਸੱਚ ਨਹੀਂ ਹੈ। ਸੱਚ ਸਮਗਰਤਾ ਵਿੱਚ ਹੈ, ਗੁਰਬਾਣੀ ਦੇ ਵਿੱਚ। ਤੋ ਸਾਧ ਸੰਗਤ ਜੀਓ, ਅੱਗੇ ਚੱਲੀਏ, ਵਿਚਾਰ ਅੱਗੇ ਵਧਾਈਏ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਇੱਥੋਂ ਫੇਰ ਟਪਲਾ ਪੈਂਦਾ ਵੀ ਗੁਰੂ ਸਾਹਿਬਾਨ, ਭਗਤ ਸਾਹਿਬਾਨ ਸਭ ਇਸ ਦੁਨੀਆ ਤੋਂ ਗਏ, ਇੱਕ ਰੱਬੇ ਅਮਰ ਹੈ। ਨਹੀਂ, ਇਸ ਤਰ੍ਹਾਂ ਤਾਂ ਗੱਲ ਗੁਰਬਾਣੀ ਨੇ ਨਹੀਂ ਪਾਈ ਹੋਈ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਸਾਧੂ ਵੀ ਹਮੇਸ਼ਾ ਰਹਿੰਦਾ ਉਰੇ, ਸੰਤ ਭਗਤ ਵੀ ਹਮੇਸ਼ਾ ਰਹਿੰਦਾ, ਬ੍ਰਹਮ ਗਿਆਨੀ ਤਾਂ ਰਹਿੰਦਾ ਹੀ ਰਹਿੰਦਾ। ਇਹਦਾ ਕਹਿਣ ਦਾ ਭਾਵ ਹੈ ਵੀ ਉਹ ਅਮਰ ਹੁੰਦਾ ਹੈ। ਸੰਤਾਂ ਨੂੰ ਗੁਰਬਾਣੀ ਅਮਰ ਮੰਨਦੀ ਹੈ, ਹਾਲਾਂਕਿ ਦੇਵੀ ਦੇਵਤਿਆਂ ਨੂੰ ਨਹੀਂ ਮੰਨਦੀ, ਅਵਤਾਰਾਂ ਨੂੰ ਨਹੀਂ ਮੰਨਦੀ। ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ। ਭਗਤ ਦੀ ਮਹਿਮਾ ਗਾਈ ਹੈ ਗੁਰਬਾਣੀ ਨੇ, ਕੇਵਲ ਭਗਤ ਦੀ, ਚੌਥੇ ਪਦ ਵਾਲੇ ਦੀ, ਜਿਹਨੂੰ ਪਰਮ ਪਦ ਪ੍ਰਾਪਤ ਹੋ ਜਾਂਦਾ। ਤੋ ਸਾਧ ਸੰਗਤ ਜੀ, ਜਦੋਂ ਕਬੀਰ ਜੀ ਨੇ ਲਿਖਿਆ ਵੀ ਮੈਂ ਚੌਥੇ ਪਦ 'ਚ ਮੇਰੀ ਜਿੰਦ ਹੈ, ਉੱਥੇ ਫਿਰ ਜਦ ਉਹ ਕਹੇ ਕਬੀਰ ਰੰਗ ਰਾਤਾ, ਮਿਲਿਓ ਜਗ ਜੀਵਨ ਦਾਤਾ, ਜਦੋਂ ਪਰਮਾਤਮਾ ਦੇ ਦਰਸ਼ਨ ਹੋ ਗਏ, ਪਰਮ ਪਦ ਬਣ ਗਿਆ, ਫਿਰ ਉਹਨਾਂ ਨੇ ਉਹ ਬਾਣੀ ਵਿਚਾਰੀ। ਦੋਹੇ ਅਵਸਥਾਵਾਂ ਭਗਤਾਂ ਦੀਆਂ ਬਹੁਤ ਉੱਚੀਆਂ ਸੰਸਾਰ ਨਾਲੋਂ। ਸੰਸਾਰ ਦੀ ਜਿਹੜੀ ਸੂਈ ਹੈ,
ਉਹ ਨਿਰੰਕਾਰ ਵੱਲ ਨਹੀਂ ਹੁੰਦੀ, ਆਪਣੇ ਵੱਲ, ਆਪਣੇ ਪਰਿਵਾਰ ਵੱਲ ਜਾਂ ਸੰਸਾਰ ਵੱਲ ਹੁੰਦੀ ਹੈ। ਭਗਤ ਦੀ ਨਿਰੰਕਾਰ ਵੱਲ ਹੁੰਦੀ ਹੈ। ਦੋਹਾਂ ਦਾ ਕੋਈ ਮੇਲੇ ਨਹੀਂ ਹੈ। ਭਗਤਾਂ ਤੈਸੈ ਸਾਰੀਆਂ ਜੋੜ ਕਦੇ ਨਾ ਆਇਆ। ਇਸ ਕਰਕੇ ਸਾਡੀ ਤ੍ਰੈਗੁਣੀ ਬੁੱਧੀ ਉਹਨਾਂ ਬਾਰੇ ਕੁਛ ਕਹੇ ਨਹੀਂ ਕਹਿ ਸਕਦੀ, ਕਹੇਗੀ ਤਾਂ ਪਿੱਛੇ ਤੇ ਪਛਤਾਊਗੀ। ਉਹਨਾਂ ਦੇ ਮਗਰ ਚੱਲ ਚੱਲ ਕੇ, ਗੁਰੂ ਸਾਹਿਬਾਨ ਦੇ ਪਿੱਛੇ ਪਿੱਛੇ ਚੱਲ ਕੇ, ਆਪਣੀ ਉਂਗਲੀ ਉਹਨਾਂ ਨੂੰ ਫੜਾ ਕੇ ਜੇ ਉਹ ਸਾਡੀ ਉਂਗਲੀ ਫੜ ਲੈਣ ਤਾਂ ਫਿਰ ਕੋਈ ਸੋਝੀ ਆ ਸਕਦੀ ਹੈ, ਨਹੀਂ ਤਾਂ ਸਾਡੀ ਤਾਂ ਫਿਰ ਅਗਿਆਨਤਾ ਵਿੱਚ ਹੀ ਸਾਰਾ ਕੁਛ ਨਿਕਲਦਾ ਹੈ। ਬ੍ਰਹਮ ਗਿਆਨੀ ਦੀ ਗੱਲ ਉਹੀ ਕਰ ਸਕਦਾ ਜਿਹੜਾ ਖੁਦ ਬ੍ਰਹਮ ਗਿਆਨੀ ਹੋਵੇ। ਅਸੀਂ ਤਿੰਨਾਂ ਗੁਣਾਂ 'ਚ ਅਸੀਂ ਉਹਨਾਂ ਦੀ ਗੱਲ ਕਿਵੇਂ ਕਰੀਏ? ਕਰਦੇ ਹਾਂ ਮਗਰ ਚੱਲ ਕੇ, ਠੀਕ ਹੈ, ਉਹ ਸਾਨੂੰ ਹੁਕਮ ਵੀ ਹੈ ਗੁਰੂ ਸਾਹਿਬ ਦਾ ਵੀ ਸੰਦੇਸ਼ ਨੂੰ ਅੱਗੇ ਵਧਾਉਣਾ, ਪਰ ਫਿਰ ਵੀ ਕੋਈ ਨਾ ਕੋਈ ਇਕਾਈ ਰਹਿਣ ਦਾ ਡਰ ਹੋ ਸਕਦਾ ਹੈ। ਤੋ ਸਾਧ ਸੰਗਤ ਜੀਓ, ਬ੍ਰਹਮ ਗਿਆਨੀ ਮਰਦਾ ਨਹੀਂ ਕਦੇ ਵੀ, ਹਮੇਸ਼ਾ ਅਮਰ ਰਹਿੰਦਾ ਹੈ। ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਮੁਕਤੀ ਦਾ ਦਾਤਾ, ਜੁਗਤੀਆਂ ਦਾ ਦਾਤਾ, ਆਤਮਾ ਨੂੰ ਮੁਕਤ ਕਰਨ ਵਾਲਾ ਸਾਰਾ ਬ੍ਰਹਮ ਗਿਆਨੀ ਹੈ। ਪਰਮਾਤਮਾ ਬ੍ਰਹਮ ਗਿਆਨੀ ਦਾ ਮਿਲਾਪ ਕਰਾ ਦਿੰਦਾ ਹੈ। ਬ੍ਰਹਮ ਗਿਆਨੀ ਅੱਗੇ ਇਹ ਚੀਜ਼ਾਂ ਬਖਸ਼ ਦਿੰਦਾ ਬੰਦੇ ਨੂੰ। ਬ੍ਰਹਮ ਗਿਆਨੀ ਪੂਰਨ ਪੁਰਖ ਵਿਦਾਤਾ, ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉੱਪਰ ਹਾਥ। ਅਨਾਥਾਂ ਦਾ ਵੀ ਉਹ ਨਾਥ ਹੈ, ਮਾਲਕ ਹੈ, ਔਰ ਸਭ ਦੇ ਉੱਪਰ ਉਹਦਾ ਹੱਥ ਹੁੰਦਾ, ਉਹੀ ਬ੍ਰਹਮ ਗਿਆਨੀ ਹੁੰਦਾ। ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ। ਸਾਰਾ ਆਕਾਰ ਹੀ ਬ੍ਰਹਮ ਗਿਆਨੀ ਦਾ ਹੈ। ਸਾਧ ਸੰਗਤ ਜੀ, ਇਹ ਕੋਈ ਅੱਲੋਕਾਰੀ ਗੱਲ ਨਹੀਂ ਹੈ ਵੀ ਆਕਾਰ ਤਾਂ ਆਪਾਂ ਰੱਬ ਦਾ ਕਹਿੰਦੇ ਬਣਾਇਆ ਹੋਇਆ, ਫਿਰ ਬ੍ਰਹਮ ਗਿਆਨੀ ਰੱਬ ਨਾ ਹੋਇਆ, ਨਹੀਂ, ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਦੇਖੋ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਬੰਦੇ ਉਹ ਮਨਾ, ਤੂੰ ਖੁਦ ਵੀ ਤਾਂ ਪਰਮਾਤਮਾ ਹੀ ਹੈ, ਜੋਤ ਸਰੂਪ ਹੈ, ਪਛਾਣ ਆਪਣੇ ਆਪ ਨੂੰ। ਕਾਹਤੇ ਤੂੰ ਦੂਜੇ ਪਾਸੇ ਲੱਗ ਗਿਆ? ਹਉਮੈ ਕਰਕੇ, ਹਉਮੈ ਕਰਕੇ ਵਿੱਥ ਪਈ ਹੋਈ ਹੈ। ਕੂੜ ਦੀ ਦੀਵਾਰ ਪਾਲ ਹੈ ਸਾਡੇ ਅੰਦਰ, ਉਹ ਰੱਬ ਤੋਂ ਵਿਛੋੜੀ ਬੈਠੀ ਹੈ। ਅਦਰਵਾਈਜ਼ ਇੱਕ ਵਾਰੀ ਸਵਾਮੀ ਵਿਵੇਕਾਨੰਦ ਨੂੰ ਪ੍ਰਸ਼ਨ ਕਰਿਆ ਸੀ ਕਿਸੇ ਨੇ ਵੀ ਸਵਾਮੀ ਜੀ ਰੱਬ ਕਿਵੇਂ ਪਾਉਣਾ? ਸਵਾਮੀ ਜੀ ਕਹਿੰਦੇ ਰੱਬ ਤਾਂ ਤੁਸੀਂ ਹੈ, ਕੋਈ ਸ਼ੰਕਾ? ਕਹਿੰਦੇ ਜੀ ਅਸੀਂ ਰੱਬ ਕਿੱਥੇ? ਕਹਿੰਦੇ ਹੈ, ਪਰ ਪ੍ਰਤੀਤ ਨਹੀਂ ਹੈ, ਫਿਰਦੇ ਆਲੇ ਦੁਆਲੇ, ਅੰਦਰ ਉਹਨੂੰ ਲਈ ਫਿਰਦੇ ਹਾਂ, ਉਹ ਬਣ ਵੀ ਸਕਦੇ ਹਾਂ, ਫਿਰਦੇ ਆਲੇ ਦੁਆਲੇ, ਪ੍ਰਤੀਤ ਹੈ ਨਹੀਂ। ਕਹੋ ਕਬੀਰ ਹੋਂ ਭਇਆ ਉਦਾਸ, ਤੀਰਥ ਵੱਡਾ ਕੇ ਹਰ ਕਾ ਦਾਸ। ਫਿਰਦੇ ਆ ਇੱਧਰ ਉੱਧਰ ਤੀਰਥਾਂ ਪਰ, ਰੱਬ ਨੂੰ ਅੰਦਰ ਨਹੀਂ ਫਿਰਦੇ, ਹਿਰਨ ਦੀ ਤਰ੍ਹਾਂ ਜਿਵੇਂ ਜੰਗਲ 'ਚ ਭੱਜਿਆ ਫਿਰੀ ਜਾਂਦਾ। ਤੋ ਸਾਧ ਸੰਗਤ ਜੀਓ, ਹਮ ਖੁਦਾ ਥੇ गर ना होता दिल में कोई मुद्दा, ख्वाहिशातों ने हमारी हमको बंदा कर दिया। ਕਿਸੇ ਅਦੀਬ ਦਾ ਕਥਨ ਹੈ। ਇਹ ਜਿਹੜੀਆਂ ਖਵਾਹਿਸ਼ਾਤਾਂ ਹੈ, ਲਾਲਸਾਵਾਂ ਅੰਦਰ, ਇਹਨਾਂ ਨੇ ਸਾਨੂੰ ਬੰਦਾ ਬਣਾਤਾ। ਅਦਰਵਾਈਜ਼ ਵੀ ਵਰ ਗੋਡ। ਇਹ ਕੋਈ ਅੱਲੋਕਾਰੀ ਗੱਲ ਨਹੀਂ ਹੈ। ਬੰਦਾ ਹੀ ਪਰਮਾਤਮਾ ਹੀ ਹੁੰਦਾ ਹੈ। ਬ੍ਰਹਮ ਗਿਆਨੀ ਮਹਾਂਪੁਰਸ਼ ਬੰਦਾ ਹੀ ਹੁੰਦਾ, ਰੱਬ ਨਹੀਂ ਹੈ। ਰੱਬ ਤਾਂ ਆਲਮਾਈਟੀ ਹੈ, ਉਹ ਤਾਂ ਸਰਵੱਗ ਸਭ ਕੁਛ ਹੈ। ਉਹਦੇ 'ਚੋਂ ਇੱਕ ਹਿੱਸਾ ਬ੍ਰਹਮ ਗਿਆਨੀਆਂ ਕੋਲ ਆਇਆ ਵਾ ਹੁੰਦਾ, ਉਸ ਆਨੰਦ ਦਾ। ਉਹ ਸਦਾ ਆਨੰਦ ਹੈ, ਪਰਮਾਨੰਦ ਹੈ, ਉਹਦੇ 'ਚ ਇੱਕ ਹਿੱਸਾ ਆਨੰਦ ਦਾ ਬ੍ਰਹਮ ਗਿਆਨੀਆਂ ਕੋਲ ਹੁੰਦਾ। ਇਹਨੂੰ ਇਸ ਤਰ੍ਹਾਂ ਵੀ ਐਕਸਪਲੇਨ ਕਰਿਆ ਹੋਇਆ ਕਿਸੇ ਅਦੀਬ ਨੇ ਬਈ ਪਰਮਾਤਮਾ ਆਨੰਦ ਦਾ ਬੋਹਲ ਹੈ, ਜਿਹੜੇ ਸੰਤ ਹੁੰਦੇ ਆ ਉਹ ਬੋਹਲ ਦਾ ਇੱਕ ਹਿੱਸਾ ਹੁੰਦੇ, ਉਹਦੇ 'ਚੋਂ ਆਨੰਦੋ ਭਵਿਆ, ਆਨੰਦੀ ਭਵਿਆ, ਦੋ ਸ਼ਬਦ ਆਉਂਦੇ ਵੇਦਾਂ 'ਚ। ਪਰਮਾਤਮਾ ਆਨੰਦੋ ਭਵਿਆ, ਆਨੰਦ ਦਾ ਸੋਮਾ। ਸੰਤ ਜਿਹੜੇ ਆ ਉਹ ਆਨੰਦੀ ਭਵੇਂ ਹੈ, ਉਸ ਆਨੰਦ 'ਚੋਂ ਇੱਕ ਹਿੱਸਾ ਸੰਤਾਂ ਕੋਲ ਹੁੰਦਾ ਹੈ। ਇਹ ਥੋੜ੍ਹਾ ਜਿਹਾ ਫਰਕ ਹੈ ਉਹਨਾਂ ਦਾ, ਪਰ ਅਦਰਵਾਈਜ਼ ਉਹ ਹੁੰਦੇ ਪਰਮਾਤਮਾ ਹੀ ਹੈ। ਤੋ ਸਾਧ ਸੰਗਤ ਜੀ, ਉਹ ਸੰਤ, ਗੁਰਸਿੱਖ, ਗੁਰਮੁਖ, ਬ੍ਰਹਮ ਗਿਆਨੀ, ਸਾਧ, ਸੰਤ, ਇਹ ਪਰਾਏਵਾਚੀ ਸ਼ਬਦ ਹੈ ਗੁਰਬਾਣੀ 'ਚ, ਇੱਕ ਦੂਜੇ ਦੀ ਜਗ੍ਹਾ ਵਰਤੇ ਜਾਂਦੇ ਆ, ਪਰ ਇਹਨਾਂ ਦੇ ਵਿੱਚ ਥੋੜ੍ਹਾ ਥੋੜ੍ਹਾ ਫਰਕ ਵੀ ਹੈ। ਗੁਰਮੁਖ ਉਹ ਸੰਤ ਹੁੰਦਾ ਹੈ ਜਿਹੜਾ ਗੁਰੂ ਦੇ ਅਨੁਸਾਰੀ ਹੋ ਕੇ ਨਾਮ ਜਪਦਾ, ਔਰ ਉਹਦੇ ਅੰਦਰ ਪਰਮਾਤਮਾ ਪ੍ਰਗਟ ਹੁੰਦਾ ਹੈ। ਸੰਤ ਸਾਡੀ ਜ਼ਿਆਦਾ ਜਿਹੜੀ ਪੁਰਾਣੀ ਫਿਲਾਸਫੀ ਹੈ ਹਿੰਦੂ ਧਰਮ ਦੀ, ਵੇਦਾਂ ਦੀ, ਉਹਦੇ ਵਿੱਚ ਆਉਂਦਾ ਸ਼ਬਦ ਜਿਹੜਾ ਪਰਮਾਤਮਾ ਵੱਲੋਂ ਜਿਹਨੂੰ ਸਿੱਧਾ ਨਾਮ ਮਿਲ ਜਾਏ, ਉਹਨੂੰ ਸੰਤ ਸ਼ਬਦ ਵਰਤਿਆ ਜਾਂਦਾ। ਜਿਹਨੂੰ ਗੁਰੂ ਦੇ ਰਾਹੀਂ ਮਿਲਦਾ ਉਹ ਗੁਰਮੁਖ ਵਰਤਿਆ ਜਾਂਦਾ ਉਹਦੇ ਸਿੱਖ ਫਿਲਾਸਫੀ ਦੇ ਵਿੱਚ। ਹਾਲਾਂਕਿ ਭਾਈ ਗੁਰਦਾਸ ਜੀ ਨੇ
ਗੁਰੂ ਨਾਨਕ ਸਾਹਿਬ ਨੂੰ ਵੀ ਗੁਰਮੁਖ ਕਿਹਾ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਇਹ ਇੱਕ ਦੂਜੇ ਖਾਤਰ ਵਰਤੇ ਜਾਂਦੇ, ਭੇਦਾ ਭੇਦ ਸ਼ਬਦ ਨੇ ਸਾਰੇ। ਸੰਤ ਚੌਥੇ ਪਦ ਦਾ ਲਿਖਾਇਕ ਹੁੰਦਾ ਹੈ, ਬ੍ਰਹਮ ਗਿਆਨੀ ਪਰਮ ਪਦ ਦਾ ਲਿਖਾਇਕ ਹੁੰਦਾ। ਇਹਨਾਂ 'ਚ ਵੀ ਥੋੜ੍ਹਾ ਜਿਹਾ ਡਿਫਰੈਂਸ ਹੈ ਸਮਝਣ ਖਾਤਰ। ਵੈਸੇ ਇੱਕ ਦੂਜੇ ਖਾਤਰ ਵਰਤੇ ਗਏ ਗੁਰਬਾਣੀ 'ਚ, ਜਿਵੇਂ ਸ਼ਬਦ ਔਰ ਨਾਮ ਇੱਕ ਦੂਜੇ ਖਾਤਰ ਵੀ ਵਰਤੇ ਜਾਂਦੇ ਹੈ, ਪਰ ਅਲੱਗ ਅਲੱਗ ਵੀ ਹੈ, ਪਰਸਨੈਲਿਟੀ ਅਲੱਗ ਵੀ ਹੈ, ਇੱਕ ਵੀ ਹੈ। ਜਿਵੇਂ ਸੋਨਾ ਤੇ ਸੋਨੇ ਦੇ ਗਹਿਣੇ, ਮਿੱਟੀ ਦਾ ਘੜਾ ਤੇ ਮਿੱਟੀ, ਇਹ ਇੱਕ ਵੀ ਹੈ, ਦੋ ਵੀ ਹੈ। ਇਸੇ ਤਰ੍ਹਾਂ ਸ਼ਬਦ ਔਰ ਨਾਮ ਇੱਕ ਵੀ ਹੈ, ਲਹਿਦਾ ਲਹਿਦਾ ਵੀ ਹੈ। ਨਾਮ 'ਚੋਂ ਸ਼ਬਦ ਨਿਕਲਿਆ, ਸ਼ਬਦ ਨੇ ਹੀ ਨਾਮ ਨਾਲ ਜੋੜਨਾ ਸਾਨੂੰ ਅੱਗੇ। ਇੱਕ ਵੀ ਹੈ, ਦੋ ਵੀ ਹੈ, ਸਮਝਣ ਦੀ ਗੱਲ ਹੈ। ਤੋ ਬ੍ਰਹਮ ਗਿਆਨੀ ਔਰ ਰੱਬ ਇੱਕ ਵੀ ਹੈ, ਦੋ ਵੀ ਹੈ। ਪਰਸੈਪਸ਼ਨ ਦਾ ਅੰਤਰ ਹੈ ਸਾਡਾ। ਅਹਮ ਬ੍ਰਹਮ ਆਸਮੀ ਵੇਦਾਂ ਵਿੱਚ ਜ਼ਿਕਰ ਆਉਂਦਾ ਹੈ, ਅਹਮ ਬ੍ਰਹਮ ਆਸਮੀ, ਮੈਂ ਹੀ ਰੱਬ ਹਾਂ। ਦੇਖੋ ਇਹ ਉਹੀ ਗੱਲ ਹੈ ਵੀ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜੇ ਕੋਈ ਬੰਦਾ ਸੰਸਾਰੀ ਕਹੇ ਵੀ ਮੈਂ ਰੱਬ ਹੈ, ਜਿਵੇਂ ਨਮਰੂਦ ਫਿਰਾਉਨ ਵਰਗੇ ਹੋਏ ਹੈ, ਕੈਰੋਂ ਹੰਕਾਰੀ ਹੋਏ ਹੈ, ਰਾਵਣ ਹੋਇਆ ਮੂਰਖ, ਉਹ ਬਿਲਕੁਲ ਗਲਤ ਹੈ। ਉੱਕਣ ਨਹੀਂ ਕਹਿਣਾ ਕਿਸੇ ਨੇ ਵੀ ਮੈਂ ਰੱਬ ਹੈ, ਉਹ ਤਾਂ ਫਿਰ ਬਹੁਤ ਹਿਮਾਕਤ ਕਿਹਾ, ਉਹ ਤਾਂ ਬਹੁਤ ਬੜਾ ਬੱਜਰ ਗਲਤੀ ਹੈ ਬੰਦੇ ਦੀ। ਔਰ ਉਹਦਾ ਵੱਧ ਹੁੰਦਾ ਫਿਰ ਜਿਹੜਾ ਬੰਦਾ ਆਪਣੇ ਆਪ ਨੂੰ ਰੱਬ ਡਿਕਲੇਅਰ ਕਰਦਾ ਹੈ। ਲੇਕਿਨ ਜਿਹੜਾ ਉਹਦਾ ਹੋ ਕੇ ਆਪਣੇ ਆਪ ਨੂੰ ਰੱਬ ਕਹਿੰਦਾ ਹੈ ਵੀ ਮੈਂ ਤੂੰ ਹੀ ਹੈ, ਤੂੰ ਹੀ ਮੈਂ ਹੈ, ਮੈਂ ਹੀ ਤੂੰ ਹੈ, ਸੋ ਹਮ, ਉਹ ਕਬੂਲ ਹੈ। ਕਿਉਂਕਿ ਅਸਲ ਵਿੱਚ ਬੰਦਾ ਹੀ ਰੱਬ ਹੈ। ਜੇ ਬੰਦੇ ਨੂੰ ਸਮਝ ਆ ਜਾਏ ਵੀ ਮੈਂ ਕੁਛ ਵੀ ਨਹੀਂ ਹੈ, ਬੰਦੇ ਦੀ ਮੈਂ ਤੋੜ ਦੇਵੇ ਗੁਰੂ, ਤਾਂ ਬੰਦਾ ਹੀ ਰੱਬ ਬਣ ਜਾਂਦਾ। ਮਨ ਤੂੰ ਜੋਤ ਸਰੂਪ ਹੈ, ਆਹੀ ਮਤਲਬ ਹੈ ਉਹਦਾ। ਤਾਂ ਉਸੇ ਲਹਿਜੇ 'ਚ ਬ੍ਰਹਮ ਗਿਆਨੀ ਦੀ ਬਾਤ ਆ ਰਹੀ ਹੈ। ਬ੍ਰਹਮ ਗਿਆਨੀ ਬਹੁਤ ਉੱਚੀ ਅਵਸਥਾ ਵਾਲਾ ਹੁੰਦਾ। ਚੌਥੇ ਪਦ ਦੀ ਸਿਖਰ ਜਿਹੜੀ ਹੁੰਦੀ ਹੈ ਦੁਪਹਿਰ, ਉਹਨੂੰ ਬ੍ਰਹਮ ਗਿਆਨੀ ਸ਼ਬਦ ਵਰਤਿਆ ਜਾਂਦਾ ਹੈ। ਜਿਵੇਂ ਭਗਤ ਕਬੀਰ ਜੀ ਨੇ ਪਹਿਲਾਂ ਕਿਹਾ ਵੀ ਚੌਥੇ ਪਦ ਮੈਂ ਜਨ ਕੀ ਜਿੰਦ ਬਾਣੀ, ਉਹ ਵੀ ਹੈ। ਫਿਰ ਕਿਹਾ ਕਹਿ ਕਬੀਰ ਰੰਗ ਰਾਤਾ, ਮਿਲਿਓ ਜਗ ਜੀਵਨ ਦਾਤਾ। ਜਦੋਂ ਦਰਸ਼ਨ ਹੋ ਗਏ ਫਿਰ ਪਰਮ ਪਦ ਬਣ ਜਾਂਦਾ, ਜਦੋਂ ਜਗਜੀਵਨ ਦਾਤਾ ਮਿਲ ਜਾਵੇ। ਚੌਥੇ ਪਦ ਵਿੱਚ ਕੇਵਲ ਆਵਾਜ਼ ਸੁਣਦੀ ਹੈ ਉਹਦੀ, ਅਨਹਦ ਨੇੜੇ ਹੀ ਹੁੰਦਾ, ਕਿਤੇ ਦਿਖਦਾ ਹੈ ਨਹੀਂ। ਪਰਮ ਪਦ ਵਿੱਚ ਉਹ ਦਿਸਣ ਵੀ ਲੱਗ ਜਾਂਦਾ। ਜੀਵਨ ਪੁਰਖ ਮਿਲਿਆ ਹਰ ਰਾਇਆ, ਕਹੋ ਨਾਨਕ ਪਰਮ ਪਦ ਪਾਇਆ। ਜਦੋਂ ਹਰ ਰਾਏ ਦੇ ਦਰਸ਼ਨ ਹੋ ਜਾਂਦੇ ਫਿਰ ਪਰਮ ਪਦ ਬਣ ਜਾਂਦਾ, ਉਹ ਬ੍ਰਹਮ ਗਿਆਨੀ ਦਾ ਰੁਤਬਾ ਹੁੰਦਾ। ਫਿਰ ਜੋ ਦਾਸ ਨੂੰ ਸਮਝ ਆਈ ਹੈ ਉਹ ਇਸ ਤਰ੍ਹਾਂ ਦੀ ਹੈ। ਬਾਕੀ ਕਿਸੇ ਨੂੰ ਕਿਵੇਂ ਆਉਂਦੀ ਹੈ ਇਹ ਹੁਣ ਅਲੱਗ ਅਲੱਗ ਹੈ ਸਭ ਦੀ ਪਰਸੈਪਸ਼ਨ, ਬਾਕੀ ਗੁਰੂ ਮਹਾਰਾਜ ਜਾਣੇ। ਬ੍ਰਹਮ ਗਿਆਨੀ ਆਪ ਨਿਰੰਕਾਰ, ਇੱਥੋਂ ਫਿਰ ਇਹ ਟਪਲਾ ਲੱਗਦਾ ਹੈ। ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ। ਬ੍ਰਹਮ ਗਿਆਨੀ ਹੀ ਬ੍ਰਹਮ ਗਿਆਨੀ ਦੀ ਸੋਭਾ ਨੂੰ ਜਾਣ ਸਕਦਾ ਹੈ। ਨਾਨਕ ਬ੍ਰਹਮ ਗਿਆਨੀ ਸਰਵ ਕਾ ਧਨੀ, ਸਭ ਦਾ ਧਨੀ ਮਾਲਕ ਬ੍ਰਹਮ ਗਿਆਨੀ ਹੁੰਦਾ। ਤੋ ਸਾਧ ਸੰਗਤ ਜੀ ਵਿਚਾਰ ਨੂੰ ਦਈਏ ਵਿਰਾਮ। ਕਠਿਨ ਵਿਚਾਰ ਹੈ, ਤੁੱਛ ਬੁੱਧੀ ਨਾਲ ਇਹਦੀ ਵਿਚਾਰ ਕਰਨੀ ਹੈ ਤਾਂ ਬਹੁਤ ਮੁਸ਼ਕਿਲ ਹੈ। ਕਰੀ ਤਾਂ ਗਈ ਹੈ, ਹੁਣ ਕਿੰਨੀ ਸਹੀ ਹੈ ਨਹੀਂ ਸਹੀ ਹੈ ਇਹ ਮਹਾਰਾਜ ਜਾਣਦਾ, ਗੁਰੂ ਜਾਣਦਾ। ਚੱਲੇ ਉਹਨਾਂ ਦੇ ਮਗਰ ਮਗਰ ਹੈ, ਉਹ ਆਪੇ ਆਪਣਾ ਹੱਥ ਰੱਖ ਕੇ ਸਿਰ ਦੇ ਉੱਤੇ ਵਿਚਾਰ ਕਰਵਾ ਲੈਣ ਤਾਂ ਚੰਗੀ ਗੱਲ ਹੈ। ਬੰਦੇ ਦੀ ਬੁੱਧੀ ਕੁਛ ਵੀ ਨਹੀਂ ਹੈ, ਬੁੱਧੀ ਨਾਲ ਤਾਂ ਬੰਦਾ ਭਟਕਦਾ। ਸਗੋਂ ਜੇ ਕੋਈ ਬੰਦਾ ਅਗਿਆਨਤਾ ਵਿੱਚ ਹਨੇਰੇ 'ਚ ਫਿਰਦਾ ਹੈ, ਤਾਂ ਜਿਹੜੇ ਅਸੀਂ ਗਿਆਨੀ ਲੋਕ ਹੈ, ਅਸੀਂ ਮੱਸਿਆ ਦੀ ਰਾਤ, ਬਿਲਕੁਲ ਕਾਲਾ ਹਨੇਰਾ ਅੰਦਰ ਸਾਡਾ, ਕਿਉਂਕਿ ਸਾਨੂੰ ਸਮਝ ਨਹੀਂ ਹੁੰਦੀ। ਅਸੀਂ ਤਾਂ ਗੁਰਬਾਣੀ ਨੂੰ ਬੁੱਝਦੇ ਹੀ ਨਹੀਂ ਹੈ, ਉੱਪਰੋਂ ਅੱਖਰਾਂ ਦੇ ਅਰਥ ਕਰਦੇ ਹਾਂ। ਗੁਰਬਾਣੀ ਦਾ ਜਿਹੜਾ ਮਤਲਬ ਹੈ, ਉਹਦਾ ਜਿਹੜਾ ਭਾਵ ਹੁੰਦਾ ਉਹ ਬਿਹਾਈਂਡ ਦਾ ਲਾਈਨ ਹੁੰਦਾ ਹੈ, ਅੱਖਰਾਂ ਦੇ ਪਿੱਛੇ ਹੁੰਦਾ। ਉਹ ਜਿਹੜਾ ਅਸੀਂ ਸੋਚਦੇ ਹਾਂ, ਅਸੀਂ ਦੇਖਦੇ ਹਾਂ ਅੱਖਰਾਂ ਨੂੰ, ਅੱਖਰਾਂ ਨਾਲ ਅਰਥ ਕਰ ਬੈਠਦੇ ਹਾਂ ਉਹਦੇ, ਫਿਰ ਨਹੀਂ ਗੱਲ ਸਮਝ ਆਉਂਦੀ ਹੈ। ਪ੍ਰਭ ਕੀ ਅਗੰਮ ਅਗਾਧ ਕਥਾ, ਸੁਣੀਐ ਅਵਰ ਅਵਰ ਵਿਦ ਬੁੱਝੀਐ, ਬਕਨ ਕਥਨ ਰਹਿਤਾ। ਉਹ ਅਗਾਧ ਬੋਧ ਦੀ ਜਿਹੜੀ ਕਥਾ ਹੈ ਉਹ ਅੱਖਰਾਂ ਤੇ ਯਾਰ ਕਹਿਣੇ ਸੁਣਨੇ ਤੇ ਬਾਹਰ ਹੈ। ਜੋ ਆਪਾਂ ਸੁਣਦੇ ਹਾਂ ਗੁਰਬਾਣੀ ਨੂੰ ਉੱਕਣ ਨਹੀਂ ਹੈ, ਜਿੱਕਣ ਪੜ੍ਹਦੇ ਹਾਂ ਉੱਕਣ ਵੀ ਨਹੀਂ ਹੈ। ਉਹਦੇ ਪਿੱਛੇ ਕੋਈ ਗੱਲ ਹੋਰ ਹੈ, ਉਹਦਾ ਹੋਏ ਬਿਨਾਂ ਉਹ ਸਮਝ ਨਹੀਂ ਆਉਂਦੀ। ਜਿਵੇਂ ਕ੍ਰਿਸ਼ਨ ਜੀ ਕਹਿ ਰਹੇ ਨਾ ਅਰਜਨ ਨੂੰ, ਅਰਜੁਨ ਮਾਮੇਵ ਸ਼ਰਨਮ, ਕੇਵਲ ਮੇਰੀ ਸ਼ਰਨ ਵਿੱਚ ਆ ਜਾ, ਅਨਿੰਤਾ ਕੇਵਲ ਮੇਰਾ। ਨਹੀਂ ਸਮਝ ਆਉਂਦੀ ਗੁਰਬਾਣੀ ਦੀ।
ਜਿੰਨਾ ਚਿਰ ਏਕਾ ਭਾਵ ਨਹੀਂ ਬਣਦਾ, ਵਨਨੈਸ ਨਹੀਂ ਬਣਦੀ, ਡੁਐਲਿਟੀ 'ਚ ਗੁਰਬਾਣੀ ਦੀ ਸਮਝ ਨਹੀਂ ਆਉਂਦੀ, ਅਸੀਂ ਡੁਐਲਿਟੀ 'ਚ ਅਰਥ ਕਰਦੇ ਹਾਂ। ਇਹੀ ਭੇਦ ਹੈ ਗੁਰਬਾਣੀ ਨੂੰ, ਜਿਹੜਾ ਬੁੱਝਣੇ ਦੀ ਗੱਲ ਹੈ। ਬੁੱਝਣਾ ਬਹੁਤ ਪਵਿੱਤਰ ਸ਼ਬਦ ਹੈ। ਬਿਨ ਬੂਝੇ ਸਭ ਪਸ਼ੂ ਕੀ ਨਿਆਈ, ਭ੍ਰਮ ਮੋਹ ਵਿਆਪਿਓ ਮਾਇਆ। ਏਕ ਵਸਤ ਬੂਝੈ ਤਾਂ ਹੋਮੈ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਬੁੱਝੇ ਬਿਨਾ ਨਹੀਂ ਕਿਸੇ ਕਿਨਾਰੇ ਅਸੀਂ ਲੱਗ ਸਕਦੇ। ਅੱਖਰ ਕੁਛ ਹੋਰ ਕਹਿੰਦੇ ਹੁੰਦੇ ਆ, ਗੱਲ ਪਿੱਛੇ ਕੁਛ ਹੋਰ ਹੁੰਦੀ ਹੈ। ਤੋ ਤ੍ਰੈ ਗੁਣ ਵਿਸ਼ੇ ਵੇਦਾ, ਨਿਸਤਰੈ ਗੁਣਿਓ ਭਾਵ ਅਰਜੁਨ। ਗੀਤਾ ਦੀ ਤੁਕ ਹੈ। ਤ੍ਰੈ ਗੁਣ ਵਿਸ਼ੇ ਵੇਦਾ, ਕ੍ਰਿਸ਼ਨ ਜੀ ਕਹਿ ਰਹੇ ਅਰਜੁਨ, ਇਹ ਜਿਹੜੇ ਵੇਦ ਹੈ ਇਹ ਤਿੰਨੇ ਗੁਣਾਂ ਦੀ ਪੈਦਾਵਾਰ ਹੈ, ਰਜੋ ਸਤੋ ਔਰ ਤਮੋ ਦੀ। ਨਿਸਤਰੈ ਗੁਣਿਓ ਭਾਵ ਅਰਜੁਨ। ਹੁਣ ਗੁਣਿਓ ਸ਼ਬਦ ਲਿਖ ਦਿੱਤਾ, ਇਹ ਚੌਥੇ ਗੁਣ ਦਾ ਲਖਾਇਕ ਹੈ, ਬ੍ਰਹਮ ਗਿਆਨੀ ਸੰਤ ਦਾ ਲਖਾਇਕ ਹੈ। ਜਿੰਨਾ ਚਿਰ ਚੌਥਾ ਪਦ ਨਹੀਂ ਬਣਦਾ, ਉਨਾ ਚਿਰ ਸਾਨੂੰ ਸਮਝ ਨਹੀਂ ਆ ਸਕਦੀ ਕਿਸੇ ਚੀਜ਼ ਦੀ। ਵੇਦਾਂ ਤੋਂ ਇਸ ਗੱਲ ਦੀ ਸਮਝ ਨਹੀਂ ਆਉਂਦੀ। ਸਾਧ ਕੀ ਮਹਿਮਾ ਵੇਦ ਨਾ ਜਾਣਿਆ, ਇਸੀ ਕਰਕੇ ਲਿਖਿਆ ਹੋਇਆ। ਚਾਰੇ ਵੇਦ ਕਥੈ ਆਕਾਰ, ਤੀਨ ਅਵਸਥਾ ਕਹੈ ਬਖਿਆਨ। ਤੁਰਿਆ ਅਵਸਥਾ ਸਤਿਗੁਰ ਤੇ ਹਰਿ ਜਾਣ। ਤੁਰਿਆ ਅਵਸਥਾ ਚੌਥੇ ਪਦ ਨੂੰ ਕਹਿੰਦੇ ਆ, ਚੌਥੀ ਪੌੜੀ, ਚੌਥੀ ਪਦ ਵੀ ਕਈ ਸ਼ਬਦ ਨੇ ਇਹਦੇ, ਚੌਥਾ ਥਾਂ ਵੀ ਕਹਿੰਦੇ ਆ, ਗੁਰਬਾਣੀ 'ਚ ਆਉਂਦੀਆਂ ਇਹ ਸਭ। ਤੋ ਚੌਥੇ ਪਦ ਤੋਂ ਬਿਨਾਂ ਨਹੀਂ ਸਾਨੂੰ ਸਮਝ ਆਉਂਦੀ। ਇਹ ਵੇਦ ਹੈ ਜਿਹੜੇ ਤਿੰਨਾਂ ਗੁਣਾਂ 'ਚ ਹੈ। ਗੀਤਾ 'ਚ ਵੀ ਇਹੀ ਫਰਮਾਇਆ, ਗੁਰਬਾਣੀ ਵੀ ਇਹੀ ਕਹਿੰਦੀ ਹੈ। ਤੁਰਿਆ ਅਵਸਥਾ ਸਤਿਗੁਰ ਤੇ ਹਰਿ ਜਾਣ। ਤੁਰਿਆ ਅਵਸਥਾ ਦਾ ਸਤਿਗੁਰੂ ਤੋਂ ਪਤਾ ਲੱਗਦਾ। ਹੁਣ ਅਸੀਂ ਵੇਦਾਂ ਨੂੰ ਪੜ੍ਹ ਕੇ ਵਿਦਵਾਨ ਬਣਦੇ ਹਾਂ, ਗੁਰਬਾਣੀ ਨੂੰ ਉੱਪਰੋਂ ਉੱਪਰੋਂ ਪੜ੍ਹ ਕੇ ਵੀ ਵਿਦਵਾਨ ਬਣਦੇ ਹਾਂ। ਵਿਦਵਤਾ ਦਾ ਤਾਲੁਕ ਬੁੱਝਣੇ ਨਾਲ ਹੁੰਦਾ ਹੀ ਨਹੀਂ ਕਦੇ ਵੀ। ਵਿਦਵਾਨ ਤਾਂ ਭਟਕਦੇ ਹੈ, ਸਗੋਂ ਜਿੰਨਾ ਗਿਆਨਵਾਨ ਬੰਦਾ ਰੱਬ ਤੋਂ ਉਲਟ ਚਲੇ ਜਾਂਦਾ ਹੈ, ਉਹਨਾਂ ਨਾਸਤਕ ਵੀ ਨਹੀਂ ਜਾਂਦਾ, ਜਿਹੜਾ ਆਮ ਇੱਕ ਸਧਾਰਨ ਬੰਦਾ ਨਾਸਤਕ ਹੁੰਦਾ। ਕਿਉਂਕਿ ਗਿਆਨ ਹੈ ਜਿਹੜਾ ਇਹ ਹਉਮੈ 'ਚੋਂ ਪੈਦਾ ਹੁੰਦਾ ਹੈ। ਜਦੋਂ ਹਉਮੈ ਟੁੱਟ ਜਾਂਦੀ ਹੈ, ਫਿਰ ਅੰਦਰ ਬ੍ਰਹਮ ਗਿਆਨ ਜਾਂ ਨਿਰਮਲ ਭਾਵ ਪੈਦਾ ਹੋ ਕੇ ਬ੍ਰਹਮ ਗਿਆਨ ਪੈਦਾ ਹੁੰਦਾ, ਜਿਹਨੂੰ ਵਿਵੇਕ ਗਿਆਨ ਕਹਿੰਦੇ। ਵਿਵੇਕ ਗਿਆਨ ਸੱਚਾ ਹੁੰਦਾ। ਗਿਆਨ ਹੈ ਜਿਹੜਾ ਇਹ ਤਾਂ ਸਾਰਾ ਦੁਨਿਆਵੀ ਹੁੰਦਾ, ਇਹ ਰੱਬ ਤੋਂ ਉਲਟ ਲੈ ਜਾਂਦਾ ਬੰਦੇ ਨੂੰ। ਦੁਨੀਆ ਦੇ ਬੜੇ ਬੜੇ ਕਾਤਲ, ਮਾਓ ਸੇਲਿਨ, ਮਾਓ ਸੇਤੁੰਗ ਔਰ ਹਿਟਲਰ, ਮਸੋਲੀਨੀ, ਅਜਿਹੇ ਜਿਹੜੇ ਬੰਦੇ ਉਹ ਸਭ ਪੜ੍ਹੇ ਲਿਖੇ ਸੀ, ਗਿਆਨ ਵਾਲੇ ਸੀ। ਹੁਣ ਵੀ ਅੱਜ ਕੱਲ੍ਹ ਗਿਆਨ ਵਾਲੇ ਜਿਹੜੇ ਲੀਡਰ ਨੇ ਸਾਡੇ, ਮੰਤਰੀ, ਪ੍ਰਧਾਨ ਮੰਤਰੀ, ਮੁੱਖ ਮੰਤਰੀ, ਉਹ ਵੀ ਇਹੀ ਕੁਛ ਕਰਦੇ ਆ। ਗਿਆਨ ਹਮੇਸ਼ਾ ਰੱਬ ਤੋਂ ਤੋੜਦਾ ਹੈ, ਵਿਵੇਕ ਗਿਆਨ ਜੋੜਦਾ ਹੈ। ਇਹ ਬੁੱਝਣੇ 'ਚ ਆਉਂਦੀ ਹੈ ਬਾਤ। ਜੇ ਬੁੱਝ ਲਿਆ ਤਾਂ ਸਭ ਕੁਛ ਹੈ, ਅਦਰਵਾਈਜ਼ ਕੁਛ ਵੀ ਨਹੀਂ ਹੈ। ਤੋ ਦਈਏ ਵਿਰਾਮ ਆਪਣੀਆਂ ਵਿਚਾਰਾਂ ਨੂੰ। ਸਾਧ ਸੰਗਤ ਜੀਓ, ਕੋਈ ਵੀ ਅਪਸ਼ਬਦ ਦਾਸਰਾ ਖੇਮਾ ਦਾ ਜਾਚਕ ਦਿਓ ਅਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।